ਇਹ ਬਹੁਤ ਪਾਵਰਫੁਲ ਸ਼ਕਤੀ ਹੁੰਦੀ ਸਾਡੇ ਕੋਲ। ਤੁਸੀਂ ਇਹ ਕਹੋ ਕਿ ਮੈਨੂੰ ਕੁਝ ਨਹੀਂ ਹੋਣਾ, ਇੰਨਾ ਕਹਿਣ ਦੇ ਨਾਲ ਹੀ ਉਹ ਚੀਜ਼ ਜਿਹੜੀ ਆ ਉਹਦੀ ਪਾਵਰ ਘਟ ਜਾਏਗੀ, ਤੁਹਾਡਾ ਇਮਿਊਨੀ ਸਿਸਟਮ ਵੱਧ ਜਾਏਗਾ, ਪਾਵਰ ਵੱਧ ਜਾਏਗੀ। ਹਾਂਜੀ ਨਿੱਜਰ ਸਾਹਿਬ ਕਥਾ ਤੇ ਆ ਜੀ। ਸਭ ਤੋਂ ਪਹਿਲੀ ਗੱਲ ਨਿੱਜਰ ਸਾਹਿਬ, ਤੁਹਾਨੂੰ ਅਸੀਂ ਮਿਸ ਕੀਤਾ 2 ਦਿਨ, ਠੀਕ ਹੈ ਜੀ। ਨਹੀਂ ਕੋਈ ਨਹੀਂ ਜੀ, ਮੈਂ ਵੀ ਤੇ ਨਹੀਂ, ਸਾਡਾ ਫਰਜ਼ ਬਣਦਾ ਹੈ ਤੁਹਾਨੂੰ ਦੱਸਣਾ, ਠੀਕ ਹੈ, ਕਿ ਸੰਗਤਾਂ ਨੇ ਤੁਹਾਨੂੰ ਮਿਸ ਕੀਤਾ ਔਰ ਪ੍ਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ੇ, ਤੁਹਾਨੂੰ ਦੋਨਾਂ ਜੀਆਂ ਨੂੰ। ਅਸੀਂ ਅਰਦਾਸ ਕਰਦੇ ਹਾਂ ਜਿਹੜਾ ਸੰਜੋਗ ਬਣਿਆ, ਜਿਹੜੀ ਬਾਣੀ ਇਸ ਤਰੀਕੇ ਨਾਲ ਚੱਲ ਰਹੀ ਹੈ, ਇਹ ਉਹਦੀ ਰਜਾ ਹੈ, ਉਹਦੀ ਰਜਾ ਤੋਂ ਬਿਨਾਂ ਕੁਛ ਨਹੀਂ ਹੁੰਦਾ। ਅਸੀਂ ਹਮੇਸ਼ਾ ਚਾਹੁੰਦੇ ਕਿ ਤੁਸੀਂ ਦੋਵੇਂ ਤੰਦਰੁਸਤ ਰਹੋ ਤੇ ਇੱਕ ਪਵਿੱਤਰ ਜੀਵਨ ਬਤੀਤ ਕਰੋ। ਹਮੇਸ਼ਾ ਹੀ ਸਾਡੀਆਂ ਚੰਗੀਆਂ ਆਸ਼ੀਰਵਾਦ, ਚੰਗੀਆਂ ਅਰਦਾਸਾਂ ਤੁਹਾਡੇ ਨਾਲ। ਹਾਂਜੀ ਨਿੱਜਰ ਸਾਹਿਬ, ਤੁਹਾਡੀ ਆਵਾਜ਼ ਘੱਟ ਗਈ ਜੀ ਗੋਰਖੀ ਸਾਹਿਬ। ਇੱਕ ਮਿੰਟ। ਅੱਜ ਆਪਾਂ 515 ਅੰਗ ਤੋਂ ਗਿਆਨ ਸ਼ੁਰੂ ਕਰਾਂਗੇ ਜੀ। ਇਹ ਜਿਹੜੀ ਆਪਾਂ ਗੁਜਰੀ ਦੀ ਵਾਰ ਤੀਸਰੀ ਪਾਤਸ਼ਾਹੀ ਦੀ ਉਹ ਲੈ ਰਹੇ ਸੀਗੇ, ਉਹਦੇ ਵਿੱਚੋਂ 17ਵੀਂ ਪੌੜੀ ਆਪਾਂ ਨੇ ਲੈਣੀ ਹੈਗੀ ਆ। ਉਸ ਤੋਂ ਪਹਿਲਾਂ ਸ਼ਲੋਕ ਹੈਗੇ ਔਰ ਜਿਹੜੀ ਹੈਗੀ ਪਹਿਲਾਂ ਜਿਹੜੀ ਇਹ ਪੌੜੀ ਹੈਗੀ ਹੈ 16ਵੀਂ ਪੌੜੀ। ਇਹਦੇ ਵਿੱਚ ਵੀ ਮਹਾਰਾਜ ਜਿਹੜੇ ਹੈਗੇ ਦੱਸਦੇ ਆ, ਭਾਈ ਜਿਹੜਾ ਧਿਆਨ ਸਿਮਰਨ ਦੀ ਗੱਲ ਕਰ ਰਹੇ ਆ ਮਹਾਰਾਜ 16ਵੀਂ ਪੌੜੀ ਦੇ ਵਿੱਚ, 15ਵੀਂ ਪੌੜੀ ਦੇ ਵਿੱਚ ਇਹ ਸਾਰਾ ਧਿਆਨ ਸਿਮਰਨ ਦੀਆਂ ਗੱਲਾਂ ਕਰ ਰਹੇ। 14ਵੀਂ ਪੌੜੀ ਦੇ ਵਿੱਚ ਸਾਰੇ ਜਿੱਥੋਂ ਵਾਹ ਸ਼ੁਰੂ ਹੋ ਗਿਆ ਉਹਨਾਂ ਦਾ ਵਾਹ ਦਾ ਮਤਲਬ ਆ ਧਿਆਨ ਸਿਮਰਨ ਭਗਤੀ। ਇਹ ਸਾਰਾ ਜਿਹੜਾ ਹੈਗਾ ਦੇਖੋ ਇਹ ਆਪਣੀ ਸ਼ੁਰੂ ਹੋਇਆ 14ਵੀਂ ਪੌੜੀ ਤੋਂ ਔਰ ਉਹੀ ਵਾਹ ਹਾਲੇ ਤੱਕ ਚੱਲ ਰਿਹਾ ਆ। 14ਵੀਂ 15ਵੀਂ 16ਵੀਂ 17ਵੀਂ ਪੌੜੀ 'ਤੇ ਆ ਗਏ ਆਪਾਂ ਔਰ ਮਹਾਰਾਜ ਜਿਹੜੇ ਹੈਗੇ ਧਿਆਨ ਸਿਮਰਨ, ਸਿਰਫ ਧਿਆਨ ਸਿਮਰਨ ਦੇ ਵਾਸਤੇ ਹੀ ਜਿਹੜਾ ਹੈਗਾ ਇਸ ਜਿਹੜੀ ਹੈਗੀ ਆ ਇਹ ਜਿਹੜਾ ਪ੍ਰੈਕਟੀਕਲ ਜੋ ਗੁਰਬਾਣੀ ਕੰਮ ਕਰਨ ਨੂੰ ਕਹਿ ਰਹੀ ਆ ਉਸੇ ਦੇ ਉੱਤੇ ਸਾਰੀਆਂ ਜੇ ਪੌੜੀਆਂ ਲੱਗੀਆਂ ਹੋਈਆਂ। ਸ਼ਲੋਕ ਮਹੱਲਾ ਤੀਜਾ। ਵਾਹ ਸੇਜਨ ਸਦਾ ਕਰੈਂ ਜਿਨ ਕੋ ਆਪੇ ਦੇ ਬੁਝਾਏ। ਕਹਿੰਦੇ ਹਮੇਸ਼ਾ ਉਹ ਜਿਹੜੇ ਹੈਗੇ ਜਿਨ੍ਹਾਂ ਨੂੰ ਮਾਲਕ ਪਰਮਾਤਮਾ ਜਿਹੜਾ ਹੈਗਾ ਬੁਝਾਈ ਦੇ ਦਿੰਦਾ ਹੈ ਔਰ ਉਹ ਹਮੇਸ਼ਾ ਜਿਹੜੇ ਹੈਗੇ ਮੈਕਸੀਮਮ ਜਿਹੜਾ ਹੈਗਾ ਉਹ ਧਿਆਨ ਸਿਮਰਨ ਕਰਦੇ ਆ। ਧਿਆਨ ਸਿਮਰਨ ਦਾ ਕੀ ਮਤਲਬ ਆ ਬਈ ਮਾਇਆ ਜਿਹੜੀ ਹੈਗੀ ਜੋ ਪਰਮਾਤਮਾ ਨੇ ਪ੍ਰਕਿਰਤੀ ਬਣਾਈ ਹੈ, ਜੋ ਖੇਡ ਬਣਾਈ ਆ, ਉਹ ਮਾਇਆ ਦੇ ਨਾਲ ਜਿਹੜੇ ਹੈਗੇ ਉਹ ਕੱਚ ਦੇ ਨਾਲ ਜਿਹੜੇ ਹੈਗੇ ਉਹਦੇ ਨਾਲ ਨਹੀਂ ਜੁੜਦੇ। ਉਹ ਮਾਇਆ ਦੇ ਅੰਦਰ ਜਿਹੜੇ ਹੈਗੇ ਜਿਹੜੇ ਪਰਮਾਤਮਾ ਹੈਗਾ ਉਹਦੇ ਨਾਲ, ਸੱਚ ਦੇ ਨਾਲ ਉਹਦਾ ਧਿਆਨ ਕਰਦੇ ਆ, ਉਹਦੀ ਵਾਹ ਕਰਦੇ ਆ। ਇਹ ਕੱਲ ਹੋਇਆ ਜੀ? ਇਹ ਹਾਂਜੀ ਇਹ ਕੱਲ ਹੋ ਗਿਆ ਸੀ, ਉਹੀ ਕਰ ਰਹੇ ਹੋ ਨਾ? 17ਵੀਂ ਕਰ ਰਿਹਾ ਮੈਂ। ਨਹੀਂ ਇਸ ਤੋਂ ਅਗਲਾ, ਹਾਂ ਇਸ ਤੋਂ ਅਗਲਾ ਹੈ ਜੀ ਉਹ। ਹਾਂ ਨਹੀਂ ਵੀਰ ਜੀ 16 ਆਪਾਂ ਕੀਤੀਆਂ ਸੀਗੀਆਂ, ਇਹ 17ਵੀਂ ਹੈ ਬੇਟੀ। ਇਹ ਵਾਵਾ ਵਾਲੀ ਸਾਰੀਆਂ ਵਾਵਾ ਦੇ ਉੱਤੇ ਹੀ ਹੈਗੀਆਂ। ਨਹੀਂ ਮੈਨੂੰ ਲੱਗਦਾ ਇਹ ਉਹੀ ਤ੍ਰਿਭਵਨ ਵਾਲੀ ਹੈ ਨਾ, ਤ੍ਰਿਭਵਨ ਸੋਜੀ ਪਾਏ ਇਹ ਵਾਲੀ ਗੱਲ ਕਰ ਲਈ ਸੀ। ਨਹੀਂ ਇਹ ਨਹੀਂ ਹੈ ਉਹ, ਨਹੀਂ। ਹਾਂਜੀ ਅੱਛਾ ਦੂਜੀ, ਠੀਕ ਹੈ ਜੀ, ਠੀਕ ਹੈ ਵੀਰ ਜੀ, ਸੌਰੀ। ਨਹੀਂ ਕੋਈ ਨਹੀਂ। ਵਾਹ ਸੇਜਨ ਸਦਾ ਕਰੈਂ ਜਿਨ੍ਹਾਂ ਕੋ ਆਪੇ ਦੇ ਬੁਝਾਏ। ਕਹਿੰਦੇ ਜਿਨ੍ਹਾਂ ਨੂੰ ਬੁਝਾਈ ਦੇਣੀ ਹੈ, ਬੁਝਾਈ ਕਿੱਥੋਂ ਦੇਣੀ ਹੈ? ਮਾਲਕ ਪਰਮਾਤਮਾ ਨੇ। ਮਾਲਕ ਪਰਮਾਤਮਾ ਜਿਹੜਾ ਹੈਗਾ ਬ੍ਰਹਮ ਗਿਆਨੀਆਂ ਦੇ ਥਰੂ, ਜਿਹੜੀ ਬ੍ਰਹਮ ਗਿਆਨੀਆਂ ਦੀ ਉਹਨਾਂ ਦੀ ਰਚਨਾ ਹੈਗੀ ਆ, ਇਹਦੇ ਥਰੂ ਮਾਲਕ ਪਰਮਾਤਮਾ ਨੇ ਬੁਝਾਈ ਦੇਣੀ ਹੈ। ਔਰ ਜਿਨ੍ਹਾਂ ਨੂੰ ਬੁਝਾਈ ਦੇ ਦਿੰਦਾ ਹੈ ਉਹਨਾਂ ਨੂੰ ਸੱਚ ਦਾ ਪਤਾ ਲੱਗ ਜਾਂਦਾ ਹੈ ਭਈ ਆਹ ਚੀਜ਼, ਆਹ ਕੰਮ ਕਰਨ ਵਾਲਾ ਹੈਗਾ, ਇਹ ਲਾਭ ਹੈ ਇਹਦੇ ਵਿੱਚ, ਅਤੇ ਦੂਸਰਾ ਜਿਹੜਾ ਹੈਗਾ ਕੰਮ ਉਹ ਸਵਾਦ ਹੈਗੇ, ਉਹ ਧੋਖਾ ਹੈਗਾ ਔਰ ਉਹਦੇ ਵਿੱਚ ਜਿਹੜਾ ਹੈਗਾ ਉਮਰ ਅਜਾਈ ਚਲੇ ਜਾਣੀ ਹੈ। ਇਹ ਬੁਝਾਈ ਹੈਗੀ ਆ। ਵਾਹ ਸੇਜਨ ਸਦਾ ਕਰੈਂ ਜਿਨ ਕੋ ਆਪੇ ਦੇ ਬੁਝਾਏ। ਵਾਹ ਕਰਤਿਆਂ ਮਨ ਨਿਰਮਲ ਹੋਵੈ ਹਉਮੈ ਵਿੱਚੋਂ ਜਾਏ। ਇਹ
ਧਿਆਨ ਸਿਮਰਨ ਕਰਨ ਦੇ ਨਾਲ ਹੀ ਆਪਣੇ ਆਪ ਜਿਹੜਾ ਆਪਾਂ ਸੋਚੀਏ ਵੀ ਆਪਣੀ ਹਉਮੈ ਚਲੀ ਜਾਏਗੀ, ਮਨ ਨਿਰਮਲ ਹੋ ਜਾਏਗਾ, ਨਹੀਂ। ਇਹ ਜਿਹੜਾ ਧਿਆਨ ਸਿਮਰਨ ਜਿਉਂ-ਜਿਉਂ ਜਿੰਨਾ ਧਿਆਨ ਸਿਮਰਨ ਕਰਾਂਗੇ ਆਪਾਂ, ਉਹਦੇ ਨਾਲ ਹੀ ਮਨ ਨਿਰਮਲ ਹੋਣਾ ਹੈ। ਔਰ ਜਿਉਂ-ਜਿਉਂ ਮਨ ਨਿਰਮਲ ਹੋਏਗਾ ਤਿਉਂ-ਤਿਉਂ ਆਪਣੇ ਅੰਦਰ ਜਿਹੜਾ ਹੈਗਾ ਸੱਚ ਆਉਂਦਾ ਜਾਏਗਾ, ਔਰ ਆਪਣਾ ਜੀਵਨ ਜਿਹੜਾ ਹੈਗਾ, ਜੀਵਨ ਦੇ ਵਿੱਚ ਸੱਚਾਈ ਆ ਜਾਏਗੀ। ਔਰ ਇਸ ਤਰੀਕੇ ਦੇ ਨਾਲ ਜਿਹੜੀ ਹੈ ਆਪਣੀ ਹਉਮੈ ਜਾਏਗੀ। ਵਾਹ ਵਾਹ ਗੁਰਸਿੱਖ ਜੋ ਨਿਤ ਕਰੇ, ਵਾਹ ਵਾਹ ਗੁਰਸਿੱਖ, ਮਾਫ ਕਰਨਾ, ਖੱਖੇ ਨੂੰ, ਸਿੱਖ ਦੇ ਖੱਖੇ ਨੂੰ ਔਂਕੜ ਲੱਗੀ ਹੋਈ ਹੈ। ਇਹ ਇੱਕ ਗੁਰਸਿੱਖ ਦੀ ਗੱਲ ਕਰ ਰਹੇ ਹੈ। ਵਾਹ ਵਾਹ ਗੁਰਸਿੱਖ ਜੋ ਨਿਤ ਕਰੇ, ਸੋ ਮਨ ਚਿੰਦਿਆ ਫਲ ਪਾਏ। ਕਹਿੰਦੇ ਉਹ ਆਪਣੇ ਮਨ ਨੂੰ, ਜੋ ਵੀ ਮਨ ਦੇ ਵਿੱਚ ਉਹਦੇ ਇੱਛਾ ਹੋਏਗੀ ਨਾ, ਉਹਦੀ ਇੱਛਾ ਪੂਰੀ ਹੋ ਜਾਏਗੀ। ਉਹਦੀ ਇੱਛਾ ਪਰਮਾਤਮਾ ਦੇ ਦਰਸ਼ਨਾਂ ਦੀ ਹੈਗੀ ਆ, ਮਾਲਕ ਦੇ ਵੱਲ ਨੂੰ ਉਹਦੀ ਇੱਛਾ ਹਉਮੈ ਤਿਆਗਣ ਦੀ ਹੈਗੀ ਆ। ਇਹ ਸਾਰੀ ਦੀ ਸਾਰੀ ਜਿਹੜੀਆਂ ਹੈਗੀਆਂ ਉਹਦੇ ਅੰਦਰ ਜੋ ਵੀ ਇੱਛਾ ਹੋਏਗੀ, ਉਹ ਸਾਰੀ ਦੀ ਸਾਰੀ ਸੋ ਮਨ ਚਿੰਦਿਆ ਫਲ ਪਾਏ। ਮਨ ਦੇ ਵਿੱਚ ਜੋ ਵੀ ਸੋਚਿਆ ਹੈ ਉਹਦਾ ਫਲ ਮਿਲ ਜਾਏਗਾ। ਵਾਹ ਵਾਹ ਕਰੇ ਸੇ ਜਨ ਸੋਹਣੇ, ਹਰ ਦਿਨ ਕੈ ਸੰਗ ਮਿਲਾਏ। ਤੀਸਰੀ ਪਾਤਸ਼ਾਹੀ ਕਹਿ ਰਹੀ ਆ ਬਈ ਜਿਹੜੇ ਵੀ ਵਾਹ ਕਰਦੇ ਆ, ਜਿਹੜੇ ਵੀ ਧਿਆਨ ਸਿਮਰਨ ਕਰਦੇ ਆ, ਉਹਨਾਂ ਦਾ ਜੀਵਨ ਜਿਹੜਾ ਹੈਗਾ ਬਹੁਤ ਹੀ ਸੋਹਣਾ ਹੋ ਜਾਂਦਾ ਹੈ। ਉਹਨਾਂ ਦਾ ਤਨ ਵੀ, ਉਹਨਾਂ ਦਾ ਮਨ ਵੀ, ਉਹਨਾਂ ਦੇ ਅੰਦਰ ਜਿਹੜੀ ਹੈ ਨੈਗੇਟਿਵਿਟੀ ਚਲੇ ਜਾਂਦੀ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਘਟ ਜਾਂਦਾ ਹੈ। ਔਰ ਹਰੇਕ ਦੇ ਬਾਰੇ ਜਿਹੜਾ ਹੈਗਾ ਉਹ ਹਰੇਕ ਦੇ ਨਾਲ ਜਿਹੜਾ ਹੈਗਾ ਨਿਮਰਤਾ ਗਰੀਬੀ ਦੇ ਨਾਲ ਜਿਹੜੇ ਪੇਸ਼ ਆਉਂਦੇ ਆ, ਅਤੇ ਹਰੇਕ ਜਿਹੜਾ ਹੈਗਾ ਉਹਨਾਂ ਦੀ ਸੰਗਤ 'ਚ ਆਉਂਦਾ ਹੈ। ਵਾਹ ਵਾਹ ਕਰੇ ਸੇਜਨ ਸੋਹਣੇ, ਹਰ ਤਿੰਨ ਕੈ ਸੰਗ ਮਿਲਾਏ। ਹੇ ਮੇਰੇ ਮਾਲਕਾ, ਮੈਨੂੰ ਜਿਹੜਾ ਹੈਗਾ ਐਸੇ ਜਿਹੜੇ ਹੈਗੇ ਵਾਹ ਵਾਹ ਕਰਨ ਵਾਲੇ ਗੁਰਸਿੱਖ ਜਿਹੜੇ ਹੈਗੇ, ਉਹਨਾਂ ਦੀ ਸੰਗਤ ਦੇ, ਉਹਨਾਂ ਦੇ ਨਾਲ ਮੈਨੂੰ ਮਿਲਾ। ਕਿਉਂ? ਵਾਹ ਵਾਹ ਹਿਰਦੇ ਉਚਰਾਂ, ਮੁੱਖੋਂ ਵੀ ਵਾਹ ਵਾਹ ਕਰਿਓ। ਕਿਉਂਕਿ ਮੈਂ ਚਾਹੁੰਦਾ ਹਾਂ ਕਿ ਮੈਂ ਹਿਰਦੇ ਤੋਂ ਜਿਹੜਾ ਹੈਗਾ, ਮੇਰੇ ਅੰਦਰੋਂ ਜਿਹੜੀ ਹੈਗੀ ਆ, ਮੇਰਾ ਮਨ ਜਿਹੜਾ ਹੈਗਾ ਉਹ ਪਰਮਾਤਮਾ ਦੀ ਉਸਤਤ ਕਰੇ, ਵਾਹ ਵਾਹ ਕਰੇ। ਔਰ ਮੇਰੀ ਜੀਭ ਦੇ ਨਾਲ ਜਿਹੜਾ ਹੈਗਾ, ਉਹਦੇ ਨਾਲ ਵੀ ਜਿਹੜਾ ਹੈਗਾ ਮੈਂ ਵਾਹ ਵਾਹ ਕਰਾਂ। ਨਾਨਕ ਵਾਹ ਵਾਹ ਜੋ ਕਰੇ, ਹਉ ਤਨ ਮਨ ਤਿਨ ਕੋ ਦਿਉ। ਕਹਿੰਦੇ ਜਿਹੜਾ ਵੀ ਇਨਸਾਨ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਧਿਆਨ ਸਿਮਰਨ ਕਰਦਾ ਹੈ, ਬੰਦਗੀ ਕਰਦਾ ਹੈ, ਕਹਿੰਦੇ ਮੈਂ ਆਪਣਾ ਤਨ ਵੀ ਔਰ ਮਨ ਵੀ ਉਹਨੂੰ ਦੇ ਦਾਂ। ਮੈਂ ਜਰਾ ਵੀ ਉਹਦੇ ਕੋਲੋਂ ਕੋਈ ਵੀ ਛੁਪਾਓ ਨਾ ਰੱਖਾਂ। ਅੰਦਰੋਂ ਜਿਹੜਾ ਹੈਗਾ ਮੈਂ ਉਸ ਦੇ ਨਾਲ ਜਿਹੜਾ ਹੈਗਾ ਸਾਂਝ ਪਾਵਾਂ। ਹਾਂਜੀ ਗੁਰਕੀ ਜੀ। ਹਾਂਜੀ ਠੀਕ ਹੈ ਨਿਜਰ ਸਾਹਿਬ। ਹੁਣ ਦੇਖੋ ਪਹਿਲੀ ਤੁਕ ਚੋਂ ਕਹਿ ਰਹੇ ਨੇ, ਵਾਹ ਵਾਹ ਸੇ ਜਨ ਸਦਾ ਕਰੇ ਹਾਂ, ਜਿਨ ਕੋ ਆਪੇ ਦੇ ਬੁਝਾਏ। ਉਹ ਕਹਿੰਦੇ ਕਿ ਉਹੀ ਕਰਦਾ ਵਾ ਜਿਹਨੂੰ ਆਪ ਬੁਝਾ ਦਿੰਦਾ। ਦੇਖੋ ਬੁਝਾਉਣ ਦਾ ਮਤਲਬ ਇੱਥੇ ਇਹ ਹੈ ਕਿ ਪਰਮਾਤਮਾ ਤੇ ਸਾਰਿਆਂ ਨੂੰ ਬੁਝਾਉਣਾ ਚਾਹੁੰਦਾ ਹੈ, ਪਰ ਥੋੜੀ ਬਹੁਤੀ ਜਦੋਂ ਤੁਹਾਡੀ ਪਾਤਰਤਾ ਬਣ ਜਾਂਦੀ ਹੈ ਨਾ, ਤੇ ਫਿਰ ਤੁਹਾਡਾ ਜੀਵਨ ਆਪਣੇ ਆਪ ਹੀ ਤੇ ਤੁਰ ਪੈਂਦਾ। ਏਦਾਂ ਮਤਲਬ ਤੁਸੀਂ ਕਿਸੇ ਨੂੰ ਕਹਿ ਖਵਾ ਕੇ ਕੋਈ ਛੋਟਾ ਮੋਟਾ ਕੰਮ ਜ਼ਰੂਰ ਕਰਾ ਸਕਦੇ ਜੋ, ਪਰ ਅਧਿਆਤਮਿਕ ਜਿਹੜਾ ਸਫ਼ਰ ਹੈ, ਇਹਦੀ ਪ੍ਰੇਰਨਾ ਜਿਹੜੀ ਹੈ ਉਹ ਤੁਹਾਨੂੰ ਤੁਹਾਡੇ ਅੰਦਰੋਂ ਮਿਲਣੀ ਹੈ। ਔਰ ਉਹਦੇ ਲਈ ਤੁਹਾਡਾ ਜਿਹੜਾ ਅੰਤਰਾਕਰਨ ਹੈ, ਜਿਹੜਾ ਸੂਖਮ ਸਰੀਰ ਹੈ, ਉਹ ਜ਼ਿੰਮੇਵਾਰ ਹੁੰਦਾ ਹੈ। ਕਿਉਂਕਿ ਜਿਹੜੀ ਕੋਈ ਚੀਜ਼ ਆਪਾਂ ਬਾਹਰੋਂ ਤੁਹਾਨੂੰ ਕਹਿ ਕੇ ਕਰਵਾਵਾਂਗੇ ਨਾ, ਤੁਸੀਂ ਕੁਝ ਸਮੇਂ ਲਈ ਕਰੋ। ਹੁਣ ਜੇ ਮੰਨ ਲਓ ਕਿਸੇ ਬੰਦੇ ਨੂੰ ਆਪਾਂ ਮੋਟੀਵੇਟ ਕਰਤਾ, ਉਹਨੇ ਫਿਲਮ ਵੇਖੀ ਕਿ ਹੀਰੋ ਦੀ, ਤੇ ਹੁਣ ਉਹ ਜਿੰਮ ਲਾਉਣਾ ਸ਼ੁਰੂ ਕਰ ਦੇ, ਪਰ ਉਹ ਅੰਦਰੋਂ ਹਜੇ ਤਿਆਰ ਹੀ ਨਹੀਂ ਆ। ਉਹ ਬੇਸ਼ੱਕ ਉਹਨੇ ਮੈਂਬਰਸ਼ਿਪ ਲੈ ਲਈ ਹੈ ਸਾਲ ਦੀ, ਉਹ ਮੈਨੂੰ ਲੱਗਦਾ ਜਿੰਨਾ ਚਿਰ ਤੱਕ ਸਾਡੇ ਅੰਦਰੋਂ ਆਵਾਜ਼ ਨਹੀਂ ਆਉਂਦੀ, ਅਸੀਂ ਕੋਈ ਵੀ ਕੰਮ ਉਨੀ ਇੱਛਾ ਦੇ ਨਾਲ ਨਹੀਂ ਕਰ ਸਕਦੇ। ਸਾਡੇ ਜੋ ਵੀ ਅਸੀਂ ਕੰਮ ਕਰਦੇ ਹਾਂ, ਜੋ ਸਾਡਾ ਜੀਵਨ ਦਾ ਹਿੱਸਾ ਹੈ, ਅਸੀਂ ਉਹ ਕੰਮ ਕਰਦੇ ਹਾਂ ਜਿੱਥੇ ਸਾਨੂੰ ਚੰਗਾ ਲੱਗਦਾ, ਔਰ ਮਨ ਬਾਰ-ਬਾਰ ਉੱਥੇ ਜਾਂਦਾ ਹੈ।
ਜਿਹੜੀ ਚੀਜ਼ ਤੁਹਾਨੂੰ ਚੰਗੀ ਨਹੀਂ ਲੱਗਦੀ ਤੁਸੀਂ ਕੰਮ ਬਿਲਕੁਲ ਨਹੀਂ ਕਰੇਗਾ। ਤੁਸੀਂ ਉਸ ਬੰਦੇ ਨੂੰ ਬਿਲਕੁਲ ਨਹੀਂ ਮਿਲਣਾ ਚਾਹੋਗੇ ਜਿਹਨੂੰ ਮਿਲ ਕੇ ਤੁਹਾਨੂੰ ਖੁਸ਼ੀ ਨਾ ਮਿਲਦੀ ਹੋਵੇ। ਮਜਬੂਰੀ ਵਾਸਤੇ ਤੁਸੀਂ ਜਾਂਦੇ ਜ਼ਰੂਰ ਜੋ, ਪਰ ਤੁਸੀਂ ਉੱਥੇ ਜਾਣਾ ਚਾਹੁੰਦੇ ਜੋ, ਉਹਨਾਂ ਲੋਕਾਂ ਨੂੰ ਮਿਲਣਾ ਚਾਹੁੰਦੇ ਜੋ, ਉਹ ਚੀਜ਼ ਖਾਣਾ ਚਾਹੁੰਦੇ ਜੋ, ਉਹ ਚੀਜ਼ ਪਹਿਨਣਾ ਚਾਹੁੰਦੇ ਜੋ, ਉੱਥੇ ਰਹਿਣਾ ਪਸੰਦ ਕਰਦੇ ਜੋ, ਜਿਹੜੀ ਚੀਜ਼ ਤੁਹਾਨੂੰ ਚੰਗੀ ਲੱਗਦੀ। ਇਹ ਮਨ ਦੀ ਇੱਛਾ ਹੁੰਦੀ ਹੈ, ਠੀਕ ਹੈ ਜੀ। ਫਿਰ ਅਗਲੇ ਬੰਨੇ ਦੇਖੀਏ, ਉਹ ਕਹਿੰਦੇ ਆਪ ਬੁਝਾਉਂਦਾ ਹੈ ਜੀ। ਫਿਰ ਅਗਲੇ ਬੰਨੇ ਕਹਿੰਦੇ ਵਾਹ ਵਾਹ ਕਰਤਿਆਂ ਮਨ ਨਿਰਮਲ ਹੋਵੇ ਹਉਮੈ ਵਿੱਚੋਂ ਜਾਏ। ਦੇਖੋ ਬਾਣੀ ਨੇ ਅੱਜ ਤਸਦੀਕ ਕਰ ਦਿੱਤਾ ਕਿ ਜਿਹੜਾ ਤੁਸੀਂ ਭਗਤੀ ਕਰਨੀ ਆ, ਉਸ ਤੋਂ ਬਾਅਦ ਜਿਹੜਾ ਨਿਰਮਲ ਆ ਮਨ ਜੋ ਹੁੰਦਾ ਹੈ, ਜਿਹੜਾ ਕਬੀਰ ਸਾਹਿਬ ਕਹਿੰਦੇ ਮਨ ਨਿਰਮਲ ਪਿਆ ਜੈਸੇ ਗੰਗਾ ਨੀਰ ਪਾਛੇ ਲਾਗੇ ਹਰ ਫਿਰੇ ਕਹਿ ਦੇ ਕਬੀਰ, ਉਹ ਅਵਸਥਾ ਜਿਹੜੀ ਆ ਬਾਈ ਪ੍ਰੋਡਕਟ ਆ। ਮਤਲਬ ਤੁਸੀਂ ਭਗਤੀ ਕੀਤੀ, ਉਹ ਜਿਹੜੀ ਅਵਸਥਾ ਆਪਣੇ ਆਪ ਹੋਣੀ ਹੈ, ਤੇ ਉਹ ਅਵਸਥਾ ਜਿਹੜੀ ਨਿਰਮਲ ਵਾਲੀ ਅਵਸਥਾ ਤਾਂ ਬਣਨੀ ਹੈ ਜਦੋਂ ਤੁਹਾਡੇ ਅੰਦਰੋਂ ਜਿਹੜੀ ਫਾਲਤੂ ਦੀ ਹਉਮੈ ਆ ਉਹ ਖਤਮ ਹੋਵੇਗੀ। ਹਉਮੈ ਬਹੁਤ ਪਾਵਰਫੁਲ ਚੀਜ਼ ਹੈ। ਜ਼ਿਆਦਾ ਕਰਕੇ ਜਿਹੜੇ ਆਪਾਂ ਦੁਖੀ ਹੈ ਨਾ, ਆਪਾਂ ਹਉਮੈ ਕਰਕੇ ਦੁਖੀ। ਹੁਣ ਤੁਸੀਂ ਘਰੇ ਕੋਈ ਕੰਮ ਕਿਹਾ, ਚਾਹੇ ਤੁਸੀਂ ਪਤਨੀ ਨੂੰ ਕਿਹਾ, ਚਾਹੇ ਤੁਸੀਂ ਪਤੀ ਨੂੰ ਕਿਹਾ, ਚਾਹੇ ਤੁਸੀਂ ਬੱਚੇ ਨੂੰ ਕਿਹਾ, ਜੇ ਤੇ ਉਹਨੇ ਕਰਤਾ ਗੱਲ ਖਤਮ ਹੋ ਗਈ। ਤੁਸੀਂ ਕਹਿ ਕੇ ਚਲੇ ਗਏ, ਅਗਲੇ ਨੇ ਨਹੀਂ ਕੀਤਾ, ਵੇਖੋ ਤੁਹਾਡੀ ਹਉਮੈ ਕਿੱਦਾਂ ਪ੍ਰਗਟ ਹੁੰਦੀ। ਜੇ ਤੇ ਤੁਹਾਡਾ ਬੱਚਾ ਹੈ, ਚਲੋ ਤੁਸੀਂ ਉਹਨੂੰ ਕਿਸੇ ਤਰੀਕੇ ਨਾਲ ਆਪਣੇ ਮਨ ਨੂੰ ਸਮਝਾ ਦੋਗੇ ਕਿ ਛੋਟਾ ਬੱਚਾ ਹੈ। ਹੁਣ ਕੋਈ ਬੰਦਾ ਵਾ ਤੁਹਾਡਾ ਕੋਈ ਕੰਮ ਕਰਨ ਵਾਲਾ, ਜਾਂ ਤੁਸੀਂ ਜਿਹਨੂੰ ਡੋਮੀਨੇਟ ਕਰਦੇ ਜੋ, ਜਿਹਦੇ ਤੇ ਹਮੇਸ਼ਾ ਤੁਸੀਂ ਹੈਵੀ ਰਹਿਣਾ ਚਾਹੁੰਦੇ ਜੋ, ਖਾਸ ਕਰਕੇ ਇੰਪਲੋਏ, ਫਿਰ ਦੇਖੋ ਤੁਹਾਡੀ ਹਉਮੈ ਕਿੱਦਾਂ ਪ੍ਰਗਟ ਹੁੰਦੀ। ਫਿਰ ਤੁਸੀਂ ਕਹਿਣਾ ਹਾਂ ਨਾ ਜਾਂ ਇਹ ਕੰਮ ਕਿਉਂ ਨਹੀਂ ਹੋਇਆ। ਤੁਸੀਂ ਕਿਸ ਲੈਵਲ ਤੇ ਜਾ ਸਕਦੇ ਜੋ ਤੁਹਾਨੂੰ ਪਤਾ ਵੀ ਨਹੀਂ। ਇਹ ਹਉਮੈ ਹੈ ਏਡੀ ਪਾਵਰਫੁਲ ਚੀਜ਼। ਸੋ ਇਹ ਜਿਹੜੀ ਹਉਮੈ ਕਹਿੰਦੇ ਆ, ਜਦੋਂ ਤੁਸੀਂ ਵਾਹ ਕੀਤੀ, ਬੰਦਗੀ ਕੀਤੀ, ਪ੍ਰਮਾਤਮਾ ਦੀ ਭਗਤੀ ਕੀਤੀ, ਉਹਦਾ ਜਸ ਗਾਇਆ। ਭਗਤੀ ਦਾ ਮਤਲਬ ਹੀ ਉਹਦਾ ਜਸ ਗਾਉਣਾ। ਵਾਹ ਦਾ ਮਤਲਬ ਤਾਰੀਫ, ਭਗਤੀ ਦਾ ਮਤਲਬ ਵੀ ਉਹਦੀ ਉਸਤਤ। ਭਗਤੀ ਦਾ ਜਿਹੜਾ ਮੇਨ ਫਾਰਮ ਹੈਗਾ, ਉਹਦਾ ਮਤਲਬ ਹੈ ਪਿਆਰ। ਪਿਆਰ ਇੱਕ ਐਸੀ ਚੀਜ਼ ਹੈ, ਆਪਾਂ ਕਹਿ ਨਹੀਂ ਦਿੰਦੇ ਯਾਰ ਉਹ ਤੂੰ ਬੜਾ ਯਾਰ ਉਹਦਾ ਨਾਂ ਜਪਦਾ ਹੈ, ਬੜਾ ਨਾਮ ਜਪਦਾ ਉਹਦਾ। ਮਤਲਬ ਕਿ ਤੂੰ ਬਾਰ-ਬਾਰ ਉਸ ਬੰਦੇ ਦਾ ਜਾਂ ਉਸ ਔਰਤ ਦਾ ਜ਼ਿਕਰ ਕਰਦਾ ਹੈ, ਉਹਦੀਆਂ ਗੱਲਾਂ ਦੀ ਤੂੰ ਤਾਰੀਫ ਕਰਦਾ ਹੈ। ਇਸੇ ਤਰ੍ਹਾਂ ਪ੍ਰਮਾਤਮਾ ਦੀ ਜਦੋਂ ਆਪਾਂ ਵਾਹ ਕਰਦੇ ਹਾਂ, ਉਹਦੀ ਬੰਦਗੀ ਕਰਦੇ ਹਾਂ, ਉਹਦੇ ਗੁਣਾਂ ਦੀ ਤਾਰੀਫ ਕਰ, ਵੈਸੇ ਉਹਨੂੰ ਲੋੜ ਤੇ ਨਹੀਂ ਆ, ਪਰ ਹੋਰ ਕੋਈ ਸਾਧਨ ਨਹੀਂ ਹੈ। ਪਰਮਾਤਮਾ ਦੀ ਤਾਰੀਫ ਕਰਨੀ, ਉਹਦੀ ਭਗਤੀ ਕਰਨਾ ਹੈ। ਹੁਣ ਨਾਰਮਲੀ ਤੁਸੀਂ ਦੇਖੋਗੇ ਨਾ, ਆਪਣੇ ਗੁਰੂਆਂ ਨੇ ਆਪਣੀ ਬਾਣੀ ਦੇ ਵਿੱਚ ਆਪਣਾ ਨਾਮ ਕਿਉਂ ਨਹੀਂ ਇਸਤੇਮਾਲ ਕੀਤਾ? ਇਹ ਬੜਾ ਗੁਪਤ ਚੀਜ਼ ਹੈਗੀ, ਕਿਉਂਕਿ ਇਨਸਾਨ ਦੀ ਸੋਚ ਏਦਾਂ ਦੀ ਹੈ। ਇਹ ਕੀ ਕਰਦਾ ਹੈ ਕਿ ਉਹਦੀ ਤਸਵੀਰ ਬਣਾ ਲੈਂਦਾ ਹੈ, ਜਾਂ ਉਹਦੀ ਮੂਰਤੀ ਬਣਾ ਲੈਂਦਾ ਹੈ, ਜਾਂ ਉਹਦੇ ਨਾਂ ਤੇ ਕੋਈ ਧਾਰਮਿਕ ਸਥਾਨ ਬਣਾ ਲੈਂਦਾ, ਫਿਰ ਉੱਥੇ ਬਿਜ਼ਨਸ ਚਲਾਉਂਦਾ। ਇਹੋ ਹੀ ਕਾਰਨ ਹੈ ਗੁਰੂਆਂ ਨੇ ਆਪਣਾ ਨਾਮ ਇਸਤੇਮਾਲ ਹੀ ਨਹੀਂ ਕੀਤਾ। ਤੁਸੀਂ ਵੇਖ ਲਓ, ਵਿਸ਼ਨੂੰ ਲਾ ਲਓ, ਬ੍ਰਹਮਾ ਲਾ ਲਓ, ਮਹੇਸ਼ ਲਾ ਲਓ, ਇਹਨਾਂ ਦੀਆਂ ਮੂਰਤੀਆਂ ਬਣਾ ਲੈਂਦੇ ਨੇ ਬੰਦੇ, ਬਣਾ ਕੇ ਤੇ ਨਿਜਰ ਸਾਹਿਬ ਫਿਰ ਕਰੋ ਪੂਜਾ ਉਹਦੀ। ਬਿਲਕੁਲ। ਇਸ ਕਰਕੇ ਗ੍ਰੰਥਾਂ ਦੇ ਵਿੱਚ ਪਰਮਾਤਮਾ ਨੂੰ ਉਹਨਾਂ ਨੇ ਕਿਸੇ ਰੂਪ ਦੇ ਲਈ ਨਹੀਂ ਫਿਕਸ ਕੀਤਾ। ਉਹਨਾਂ ਨੂੰ ਪਤਾ ਹੈ ਕਿ ਬੰਦੇ ਬੜੇ ਤੇਜ਼ ਹੈ, ਇਹਨਾਂ ਰੱਬ ਦੀ ਫੋਟੋ ਬਣਾ ਦੇਣੀ ਹੈ। ਇਹ ਤਾਂ ਸ਼ੁਕਰ ਕਰੋ ਰੱਬ ਨੂੰ ਕਿਸੇ ਗ੍ਰੰਥ 'ਚ ਉਹਨਾਂ ਡਿਸਕ੍ਰਾਈਬ ਨਹੀਂ ਕੀਤਾ। ਜੇ ਕਿਤੇ ਮੈਂ ਅੱਜ ਹੀ ਕਹਿ ਦਾਂ ਕਿ ਪ੍ਰਮਾਤਮਾ ਏਦਾਂ ਦਾ, ਇੱਥੇ ਲੋਕਾਂ ਨੇ ਹੋ ਸਕਦਾ ਫੋਟੋ ਬਣਾ ਦੇਣ ਉਹਦੀ। ਬਿਲਕੁਲ ਸਹੀ ਗੱਲ। ਲਓ ਜੀ, ਇਹ ਪ੍ਰਮਾਤਮਾ ਵਿੱਚ ਉਹ ਫੋਟੋ ਨੂੰ। ਇਹ ਇਨਸਾਨ ਏਡਾ ਤੇਜ਼ ਆ ਕਿਉਂਕਿ ਇਨਸਾਨ ਨਿਜਰ ਸਾਹਿਬ ਉਹਦਾ ਨਾਂ ਰੱਖਣਾ ਚਾਹੁੰਦਾ ਹੈ, ਤੇ ਇਹ ਗ੍ਰੰਥਾਂ 'ਚ ਰੱਬ ਦਾ ਕੋਈ ਨਾਂ ਹੀ ਨਹੀਂ ਰੱਖਿਆ ਇਹਨਾਂ ਨੇ। ਉਹਨੂੰ ਕਿਤੇ ਰਹੀਮ ਕਹਿ ਦਿੰਦੇ ਆ, ਕਿਤੇ ਕਰੀਮ ਕਹਿ ਦਿੰਦੇ ਆ, ਕਿਤੇ ਉਹਨੂੰ ਅੱਲਾ ਕਹਿ ਦਿੰਦੇ ਆ, ਕਦੇ ਉਹਨੂੰ ਨਿਰਗੁਣ ਬ੍ਰਹਮ ਕਹਿ ਦਿੰਦੇ ਆ, ਕਿਤੇ ਉਹਨੂੰ ਮਤਲਬ ਪਰਮਾਤਮਾ ਕਹਿ ਦਿੰਦੇ ਆ, ਕਿਤੇ ਆਤਮਾ ਕਹਿ ਦਿੰਦੇ ਆ। ਮਤਲਬ ਏਦਾਂ ਦੇ ਨਾਮ ਜਿਹਦਾ ਕੋਈ ਆਕਾਰ ਬਣ ਹੀ ਨਾ ਸਕੇ, ਕਿਉਂਕਿ ਬੰਦੇ ਨੇ ਤੇ ਫੱਟ ਬਣਾ ਦੇਣਾ। ਤੁਹਾਨੂੰ ਪਤਾ ਬੰਦਾ ਤੇ ਬਹੁਤ ਤੇਜ਼ ਹੈਗਾ। ਇਸ ਕਰਕੇ ਹੁਣ ਵੇਖੋ, ਗੁਰੂਆਂ ਨੂੰ ਕਿਸੇ ਨੇ ਵੇਖਿਆ ਵੀ ਨਹੀਂ ਆ, ਇਹ ਕਿੰਨੀਆਂ ਫੋਟੋਆਂ ਬਣਾਤੀਆਂ ਇੱਥੇ ਲੋਕਾਂ ਨੇ। ਉਹਦੇ ਨਾਲ ਕੀ ਹੋ ਗਿਆ? ਹੁਣ ਉਹ ਜ਼ਿਆਦਾਤਰ ਉਹ ਫੋਟੋਆਂ ਨੂੰ ਲੋਕੀ ਮੱਥਾ ਟੇਕ ਦਿੰਦੇ ਆ। ਉਹ ਫੋਟੋ ਤੇ ਸਾਡੇ ਘਰ
ਵੀ ਲੱਗੀਆਂ ਬਥੇਰੀਆਂ ਆ, ਮੈਂ ਇਹ ਚੀਜ਼ ਨੂੰ ਡਿਨਾਈ ਨਹੀਂ ਕਰ ਸਕਦਾ, ਪਰ ਉਹ ਚੀਜ਼ ਤੇ ਆ ਗਈ ਨਾ। ਬਿਲਕੁਲ ਸਹੀ ਗੱਲ ਹੈ। ਔਰ ਤੁਹਾਡੇ ਘਰ 'ਚ ਵੀ ਫੋਟੋਆਂ ਹੋਣੀਆਂ, ਪਰ ਉਹ ਪਰਮਾਤਮਾ ਤੇ ਨਹੀਂ ਆ। ਪਰਮਾਤਮਾ ਤੇ ਬਾਣੀ 'ਚ ਨਾ ਕਹਿਤਾ ਰੂਪ ਨਾ ਰੰਗ ਨਾ ਰੇਖ ਕੁਛ ਤੈ ਗੁਰੂ ਸੇ ਪ੍ਰਪਨ, ਉਹ ਵੱਖਰੀ ਗੱਲ ਆ। ਆਪਾਂ ਈਜ਼ੀ ਚਾਹੁੰਦੇ ਆ। ਬੰਦੇ ਦੀ ਬੜੀ ਪ੍ਰੋਬਲਮ ਹੈ ਕਿ ਜਦੋਂ ਉਹਨੂੰ ਰੱਬ ਮਤਲਬ ਨਿਰਗੁਣ ਬ੍ਰਹਮ ਕਹਿ ਦੋ, ਉਹਦੀ ਭਗਤੀ ਕਰਨੀ ਬੜੀ ਔਖੀ ਹੈ। ਔਰ ਹੁਣ ਜਿੱਦਾਂ ਜਿਹੜੇ ਲੋਕਾਂ ਨੂੰ ਪ੍ਰਚਾਰ ਕੀਤਾ ਹੈ, ਦੇਖੋ ਪਤਾ ਕੀ ਹੁੰਦਾ ਹੈ ਕਿ ਜਿਹੜਾ ਵੀ ਬੰਦਾ ਪ੍ਰਚਾਰ ਕਰ ਲੈਂਦਾ ਹੈ ਉਹੀ ਬੰਦੇ ਨੇ ਕਾਮਯਾਬ ਹੋ ਜਾਣਾ ਜੀ, ਭਾਵੇਂ ਨਕਲੀ ਚੀਜ਼ ਤੁਹਾਨੂੰ ਵੇਚ ਦੇ। ਪਬਲਿਸਿਟੀ ਇੱਕ ਚੀਜ਼ ਹੈ ਨਿੱਜਰ ਸਾਹਿਬ, ਬਿਲਕੁਲ। ਤੁਸੀਂ ਕੁਛ ਵੀ ਵੇਚ ਸਕਦੇ। ਹੁਣ ਇਲੈਕਸ਼ਨ ਕੰਪੇਨ 'ਚ ਵੇਖੋ ਹਾਂ ਕਿੱਦਾਂ ਸੱਚ ਝੂਠ ਤੇ ਝੂਠ ਦੇ ਵਿੱਚ ਕਿੱਦਾਂ ਰੌਲਾ ਪੈਂਦਾ ਹੈ। ਸੱਚ ਨੂੰ ਲਾਗੇ ਨਹੀਂ ਆਉਣ ਦਿੰਦੇ। ਜਿਹੜੇ ਸੱਚੇ ਕੈਂਡੀਡੇਟ ਆ ਉਹ ਤੇ ਜਿੱਤ ਹੀ ਨਹੀਂ ਸਕਦੇ ਉੱਥੇ। ਨਾ ਜਿੱਤਦੇ ਵੀ ਨਹੀਂ, ਸਾਰੇ ਹੀ ਜਿਹੜੇ ਦੂਜੇ ਹੀ ਜਿੱਤਦੇ ਆ। ਸਾਰੇ ਦੇ ਸਾਰੇ ਜਿਹੜੇ ਚੋਰ ਠੱਗ ਜਿਹੜੇ ਹੈਗੇ, ਗੁੰਡੇ ਜਿਹੜੇ ਹੈਗੇ, ਦਾਦਾ, ਉਹ ਸਾਰੇ ਉਹੀ ਆਉਂਦੇ ਆ, ਹੋਰ ਕਿਹੜੇ ਆਉਂਦੇ? ਹਾਂ, ਤੇ ਆਪ ਜਸਟ ਸੋਚੋ ਕਿ ਸੱਚੇ ਨਹੀਂ ਖਲੋਂਦੇ ਆ। ਮਨਮੋਹਨ ਸਿੰਘ ਜੀ ਨੂੰ ਹੁਣ ਕਹੀ ਜਾਂਦੇ ਬੜਾ ਵਧੀਆ ਸੀ ਪ੍ਰਾਈਮ ਮਿਨਿਸਟਰ, ਬੜਾ ਵਧੀਆ ਸੀ। ਉਹ ਵਿਚਾਰਾ ਕਾਫੀ ਇਲੈਕਸ਼ਨਾਂ ਹਾਰਿਆ ਵਾ, ਉਹਨੂੰ ਕਿਸੇ ਨੇ ਵੋਟ ਹੀ ਨਹੀਂ ਪਾਈ ਅਜੇ ਤੱਕ। ਉਹ ਤੇ ਵੱਖਰੀ ਗੱਲ ਹੈ ਕਿ ਕਾਂਗਰਸ ਨੇ ਕਹਿਤਾ ਜੀ ਬਣਾ ਦਿਓ, ਕਿਉਂਕਿ ਉਹਨਾਂ ਕੋਲ ਜਿੱਤੇ ਸੀ। ਇਸੇ ਸੰਸਾਰ ਦੇ ਵਿੱਚ ਜਦੋਂ ਤੁਸੀਂ ਕੋਈ ਸੱਚਾ ਬੰਦਾ ਅੱਗੇ ਆਉਂਦਾ ਹੈ, the people don't respect। ਉਹ ਕਹਿੰਦੇ ਛੱਡੋ ਖੜਾ, ਇਹਨੇ ਕੀ ਦੇਣਾ। ਉਹ ਕਹਿੰਦੇ ਛੱਡੋ ਖੜਾ। ਉਹ ਸਭ ਹੁਣ ਇੱਕ ਮਾੜਾ ਜਿਹਾ ਬੰਦਾ ਹੋਵੇ, ਚੋਟੀ ਦਾ ਠੱਗ ਹੋਵੇ, ਉਹਨੇ 10-12 ਚੇਲੇ ਤੇ 5-7 ਚੇਲੀਆਂ ਰੱਖੀਆਂ ਹੋਣ ਤੇ ਘੁੱਗਲ ਦਿਖਾਈ ਹੋਵੇ, ਲੰਬੇ ਵਾਲ ਕੀਤੇ ਹੋਣ, ਥੱਲੇ ਲੱਕੜ ਦੀ ਜੁੱਤੀ ਪਾਈ ਹੋਵੇ, ਔਰ ਮੇਰੇ ਵਰਗੇ ਨੇ ਇੱਥੇ ਦੋ ਉੱਥੇ ਉਹਦਾ ਮਤਲਬ ਉੱਥੇ ਪੱਖੀ ਝੱਲਣ ਅੱਗੇ ਰੱਖੇ ਹੋਣ ਮੇਰੇ ਵਰਗੇ, ਤੇ ਵੇਖਿਓ ਦੁਨੀਆ ਕਿੱਦਾਂ ਇਕੱਠੀ ਹੁੰਦੀ। ਉਹਨਾਂ ਕਹਿਣਾ ਬਾਬਾ ਹੀ ਬਹੁਤ ਤਗੜਾ, ਇੱਥੇ ਰਾਹ ਦੇ ਮਾਂ ਵਾ, ਉਹ ਪਤਾ ਨੀ ਕਿੱਦਾਂ ਦੀ ਜਨਾਨੀ ਆ। ਬਹੁਤ ਜ਼ਿਆਦਾ ਅੱਜ ਕੱਲ ਨਹੀਂ ਦਿਖਦੀ, ਉਹ ਪਤਾ ਨੀ ਕਿੱਥੇ ਚਲ ਗਈ ਆ। ਹੱਥ ਚ ਉਹਨੇ ਫੜਿਆ ਤੀਰ ਜਿਹਾ ਤੇ ਬਸ ਉਹ ਤੁੱਕਾ ਚਲਾਇਆ ਵਾ। ਬ੍ਰੈਂਡਿੰਗ ਕਰੀ ਜਾਂਦੇ ਲੋਕਾਂ ਦੀ। ਇਸ ਕਰਕੇ ਨਕਲੀ ਕਰੰਸੀ ਸੰਸਾਰ 'ਚ ਚੱਲਦੀ ਹੈ। ਕਿਉਂ ਚੱਲਦੀ ਹੈ? ਅਗਲੇ ਇੰਨੀ ਚਮਕਾ ਦਿੰਦੇ ਆ, ਵੇਖਣ ਵਾਲੇ ਬੰਦੇ ਦੀਆਂ ਇਹਨਾਂ ਅੱਖਾਂ ਦੇ ਵਿੱਚ ਹੀ ਨਹੀਂ ਲੈਟ ਮਾਰਦੇ ਆ, ਔਰ ਕੋ ਫੜੇ ਨਹੀਂ ਜਾਂਦਾ। ਅਸਲੀ ਸੱਚ ਵੀ ਰੌਲਾ ਪਾਈ ਜਾਂਦਾ। ਉਹ ਕਹਿੰਦਾ ਮੈਂ ਸੱਚਾ ਵਾਂ, ਉਹ ਕਹਿੰਦੇ ਪਰ ਤੂੰ ਸੱਚਾ ਤਾਂ ਹੈਗਾ ਵਾ, ਪਰ ਤੂੰ ਹੈ ਸਾਈਕਲ ਤੇ ਆ। ਆਹ ਵੀ ਠੱਗ, ਹੁਣ ਇੱਕ ਬੰਦਾ ਠੱਗ ਹੈ, ਚੋਟੀ ਦਾ ਠੱਗ, ਅਕਲ ਉਹਨੂੰ ਕੌਡੀ ਦੀ ਨਹੀਂ ਆ। ਉਹ ਬੰਦੇ ਕੋਈ 4-5 ਕਰੋੜ ਦਾ ਘਰ ਹੋਵੇ, 5-10 ਗੱਡੀਆਂ ਹੋਣ, ਜਣਾ ਖਣਾ ਬੰਦਾ ਉਹ ਕੋਲ ਸਲਾਹ ਲਊਗਾ, ਭਾਈ ਦੱਸੋ ਕਿ ਤੁਸੀਂ ਕਿੱਦਾਂ ਅਮੀਰ ਹੋਏ, ਜਦ ਕਿ ਉਹਦੀ ਅਕਲ ਹੀ ਨਹੀਂ ਹੈਗੀ। ਪਰ ਜਿਹੜਾ ਬੰਦਾ ਸਿਆਣਾ ਵਾ, ਜਿਹਦੇ ਕੋਲ ਗਿਆਨ ਆ, ਉਹ ਬੰਦਾ ਸਿੰਪਲ ਆ, ਉਹਨੇ ਚੱਪਲਾਂ ਪਾਈਆਂ। ਤੁਸੀਂ ਕਹਿਣਾ ਇਹ ਜਿਹੜਾ ਆਪਣੀ ਗਰੀਬੀ ਨਹੀਂ ਦੂਰ ਕਰ ਸਕਿਆ, ਇਹਨੇ ਸਾਨੂੰ ਕੀ ਗਿਆਨ ਦੇਣਾ? ਕਿਉਂਕਿ ਸਾਡੀ ਬੁੱਧੀ ਨੂੰ ਏਦਾਂ ਦਾ ਲੋਕਾਂ ਨੇ ਬਣਾ ਦਿੱਤਾ ਕਿ ਜਿਹੜਾ ਚਮਕਦਾ, ਜਿਹੜਾ ਖੜਕਦਾ, ਪੂਰਾ ਰੌਲਾ ਪਾਉਂਦਾ, ਐਨ ਪੂਰੀ ਬੱਲੇ ਬੱਲੇ ਪਬਲਿਸਿਟੀ, ਉਹ ਬੰਦਾ ਬਿਲਕੁਲ ਸਹੀ ਹੈ। ਬਿਲਕੁਲ ਇਹ ਧਰਮ ਦੇ ਵਿੱਚ ਬੜਾ ਕੁਝ ਚੱਲਦਾ ਹੈ। ਮੈਂ ਨਹੀਂ ਕਹਿੰਦੇ ਕੋਈ ਸਹੀ ਹੈ ਕਿ ਗਲਤ ਹੈ, ਮੈਂ ਇਹ ਕਹਿੰਦਾ ਕਿ ਇਟ ਇਜ਼ ਅ ਪਾਰਟ ਆਫ ਮਾਇਆ ਨੇ ਏਦਾਂ ਦਾ ਬ੍ਰੈਂਡਿੰਗ ਕੀਤੀ ਹੋਈ ਆ। ਠੀਕ ਹੈ, ਸੱਚ ਨੂੰ ਵੀ ਪ੍ਰਚਾਰ ਕਰਨਾ ਪੈਣਾ, ਨਹੀਂ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਕੋਈ ਲੋੜ ਨਹੀਂ ਸੀ ਪ੍ਰਚਾਰ ਕਰਨ ਦੀ। ਜਦੋਂ ਨਕਲੀ ਪਾਵਰਫੁਲ ਹੋ ਜਾਏ ਨਾ, ਤੇ ਅਸਲੀ ਵੀ ਵਿਚਾਰਾ ਕੋਸ਼ਿਸ਼ ਤੇ ਕਰਦਾ ਹੈ ਨਾ। ਇੱਕ ਤਰਫ ਮਾਇਆ ਬਹੁਤ ਪਾਵਰਫੁਲ ਆ, ਦੂਸਰੀ ਤਰਫ ਪ੍ਰਮਾਤਮਾ ਵੀ ਚਾਹੁੰਦਾ ਹੈ ਕਿ ਸੱਚ ਇੱਥੇ ਰਵੇ, ਸਰਵਾਈਵ ਕਰੇ। ਪ੍ਰਮਾਤਮਾ ਕਿਤੇ ਨਹੀਂ ਚਾਹੁੰਦਾ ਕਿ ਇੱਥੇ ਸੱਚ ਦਾ ਨਾਮ ਮਿਟ ਜੇ, ਕਿਉਂਕਿ ਸੱਚ ਦਾ ਨਾਮ ਮਿਟ ਗਿਆ ਤੇ ਪ੍ਰਮਾਤਮਾ ਵੀ ਮਿਟ ਗਿਆ। ਫਿਰ ਤੇ ਮੈਂ ਰਹਿ ਗਈ, ਗੱਲ ਖਤਮ ਹੋ ਗਈ। ਨਿੱਜਾ ਸਾਹਿਬ ਕੱਲਾ ਸੱਚ ਥੋੜੀ ਰਹਿ ਜਾਂਦਾ ਵਾ, ਉਹ ਸੱਚ ਦੇ ਮਗਰ ਪ੍ਰਮਾਤਮਾ ਵੀ ਤੇ ਬੈਠਾ ਨਾ। ਬਿਲਕੁਲ ਬੈਠਾ ਹੈ। ਜਦ ਜੇ ਮਤਲਬ ਹੁਣ ਲੋਕਾਂ ਨੂੰ ਪਤਾ ਹੀ ਨਹੀਂ ਹੈ ਪ੍ਰਮਾਤਮਾ ਦੇ ਬਾਰੇ, ਤੇ ਫਿਰ ਪ੍ਰਮਾਤਮਾ ਦੀ ਜਿਹੜੀ ਹੈਗੀ ਹੈ ਪਾਵਰ ਕਾਹਦੀ ਹੈ? ਫਿਰ ਉਹਦੀ ਉਹ ਕੰਟਰੋਲ ਕਿਹਦੇ ਉੱਤੇ ਕਰੂਗਾ ਜੇ ਕੋਈ ਹੈ ਹੀ ਨਹੀਂ ਥੱਲੇ? ਨਹੀਂ ਨਿੱਜਾ ਸਾਹਿਬ, ਇੱਥੇ ਮੇਰਾ ਘਰ ਹੋਵੇ, ਇੱਥੇ 15-20 ਜੀ ਰਹਿੰਦੇ ਹੋਣ, ਖਾਣ ਪੀਣ ਮੇਰਾ, ਰਹਿਣ ਮੇਰੇ ਘਰ 'ਚ, ਉਹ ਕਹਿਣ ਕਿ ਚਰਨਜੀਤ ਹੈ ਹੀ ਨਹੀਂ ਇੱਥੇ, ਛੱਡੋ ਖੜਾ, ਤੇ ਫਿਰ ਮੇਰੇ ਹੋਣ ਦਾ ਕੀ ਫਾਇਦਾ? ਬਿਲਕੁਲ। ਕਿਹੇ ਹੱਦ ਤੱਕ ਉਹ ਬਾਣੀ ਨੇ ਸੱਚਾ ਕਿਹਾ ਕਿ ਉਹਨੂੰ ਪੁੱਤਾਂ ਵਾਲਾ ਕਰਤਾ ਪ੍ਰਮਾਤਮਾ ਨੂੰ, ਉਹਦੇ ਪੁੱਤ ਨਹੀਂ ਸੀ ਕੋਈ। ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ। ਹਾਂ, ਕਿਉਂਕਿ ਮਾਇਆ ਤੇ ਪ੍ਰਮਾਤਮਾ ਨੇ ਬਣਾਈ ਆ। ਪ੍ਰਮਾਤਮਾ ਵੀ ਜਿੰਦਾ ਰਹਿਣਾ ਚਾਹੁੰਦਾ ਵਾ।
ਸੱਚ ਦੇ ਰਾਹੀਂ, ਕਿਉਂਕਿ ਸੱਚ ਤੇ ਸੁਹਾਗਾ ਹੀ ਮਾਰ ਦੋ, ਸਭ ਝੂਠ ਹੋ ਜੇ ਤੇ ਖਤਮ ਕਹਾਣੀ, ਫਿਰ ਪਰਮਾਤਮਾ ਨੂੰ ਕੌਣ ਪੁੱਛੇਗਾ? ਕਹਿੰਦੇ ਪਰਮਾਤਮਾ ਨੂੰ ਭੋਜਨ ਜਿਹੜਾ ਚੰਗਾ ਲੱਗਦਾ ਆ, ਉਹਨੂੰ ਜਿਹੜਾ ਹੈਗਾ ਇਹ ਸੱਚ ਦਾ ਭੋਜਨ ਜਿਹੜਾ ਹੈਗਾ ਵਾਹ ਹੀ ਚੰਗੀ ਲੱਗਦੀ ਆ ਪਰਮਾਤਮਾ ਨੂੰ, ਇਹਦੇ ਨਾਲ ਹੀ ਉਹਨੂੰ ਖੁਸ਼ੀ ਆਉਂਦੀ ਆ। ਹਾਂ, ਉਹ ਵੀ ਮੋਹ ਚ ਬੈਠਾ ਵਾ, ਉਹਨੂੰ ਵੀ ਸੱਚ ਦਾ ਮੋਹ ਆ। ਬਿਲਕੁਲ ਸਹੀ ਗੱਲ, ਕਿਉਂਕਿ ਉਹ ਇੰਨੀ ਸ੍ਰਿਸ਼ਟੀ ਰਚ ਕੇ ਬੈਠਾ ਵਾ, ਇੱਥੇ ਮੇਰੇ ਵਰਗਾ ਕੋਈ ਸੱਚ ਨਾ ਬੋਲੇ, ਗੱਲਬਾਤ ਨਾ ਹੋਵੇ, ਇਮਾਨਦਾਰ ਨਾ ਹੋਵੇ, ਤੇ ਫਿਰ ਤੇ ਗੇਮ ਹੀ ਖਤਮ ਹੋ ਗਈ। ਫਿਰ ਤੇ ਕੁਛ ਨਹੀਂ ਰਹਿ ਗਿਆ, ਫਿਰ ਤੇ ਜੋ ਉਹਨੇ ਬਣਾਇਆ ਵਾ, ਫਿਰ ਕਿੱਥੇ ਨਿਕਲਣਾ ਕਿਸੇ ਨੇ? ਪਰਮਾਤਮਾ ਏਦਾਂ ਥੋੜੀ ਹੁੰਦਾ, ਪਰਮਾਤਮਾ ਕਹਿੰਦੇ ਚ ਕੋਈ ਨਾ ਕੋਈ ਨਿਕਲ ਕੇ ਬਾਹਰ ਆਵੇ। ਬਿਲਕੁਲ ਜੀ, ਬਿਲਕੁਲ। ਇੰਨੀ ਪਾਵਰਫੁਲ ਮਾਇਆ। ਔਰ ਆਪ ਜਸਟ ਸੋਚੋ, ਇਹ ਜਿਹੜਾ ਸਵਾਲ ਹੈ ਮੇਰਾ ਜਾਂ ਨਿੱਜਰ ਸਾਹਿਬ ਦਾ ਨਹੀਂ ਆ, ਪਰਮਾਤਮਾ ਨੇ ਬਣਾਈ ਹੈ ਮਾਇਆ। ਕਿੱਡੀ ਪਾਵਰਫੁਲ ਹੋਊਗੀ। ਜਿਹੜਾ ਆਂਡੇ ਤੋਂ ਬਿਨਾਂ ਹੀ ਮੁਰਗੀ ਪੈਦਾ ਕਰ ਦਿੰਦਾ ਹੈ, ਆਪਾਂ ਜਸਟ ਸੋਚੋ ਕਿ ਉਹਨੇ ਕੋਈ ਚੀਜ਼ ਬਣਾਈ ਹੋਈ, ਸਵਾਲ ਬਣਾਇਆ ਹੋ, ਉਹ ਕਿਤੇ ਆਸਾਨ ਹੈ? ਕਾਫੀ ਹਾਈ ਲੈਵਲ ਦਾ ਸਵਾਲ ਹੈ। ਠੀਕ ਹੈ ਜੀ, ਉਸ ਲਈ ਆਪਾਂ ਨੂੰ ਬੁੱਧੀ ਚਾਹੀਦੀ ਹੈ, ਵਿਵੇਕ ਬੁੱਧੀ। ਫਿਰ ਇਹ ਕਹਿ ਰਹੇ ਨੇ ਕਿ ਜਿਹੜੀ ਤੇਰੀ ਹਉਮੈ ਆ, ਤੇਰਾ ਮਨ ਹੈ, ਨਿਰਮਲ ਹੋਊਗਾ, ਤੂੰ ਕੇਵਲ ਭਗਤੀ ਕਰਨੀ ਹੈ, ਬਾਕੀ ਕੰਮ ਆਪੇ ਹੋਵੇਗਾ। ਠੀਕ ਹੈ ਜੀ, ਬਿਲਕੁਲ। ਫਿਰ ਕਹਿੰਦੇ ਵਾਹ ਵਾਹ ਗੁਰੂ ਸਿੱਖ ਜੋ ਨਿਤ ਕਰੇ ਸੋ ਮਨ ਚਿੰਦਿਆ ਫਲ ਪਾਏ। ਫਿਰ ਕਹਿੰਦੇ ਕਿ ਇਹ ਜੇ ਕੋਈ ਭਗਤੀ ਕਰਦਾ ਹੈ, ਜੇ ਉਹਦੇ ਅੰਦਰ ਕੋਈ ਸ਼ੁਭ ਇਛਾਵਾਂ ਦੀਆਂ ਹੈਗੀਆਂ ਨੇ, ਤੇ ਪਰਮਾਤਮਾ ਉਹ ਵੀ ਪੂਰੀਆਂ ਕਰ ਦਿੰਦਾ ਜੀ। ਲਓ ਜੀ, ਵੇਖ ਲਓ, ਮੈਂ ਮੰਨਦਾ ਨਹੀਂ ਹਾਂ, ਪਰ ਲਿਖਿਆ ਬਾਣੀ ਦੇ ਵਿੱਚ। ਉਹ ਕਹਿੰਦੇ ਜਦੋਂ ਤੁਹਾਡੀ ਇੱਛਾ ਪੂਰੀ ਹੋਵੇਗੀ ਜੀ, ਤੁਹਾਡੇ ਮਨ ਚ ਕੋਈ ਇੱਛਾ ਹੋਵੇ, ਤੁਸੀਂ ਕੋਈ ਇੱਛਾ ਧਾਰ ਕੇ ਬੈਠੇ ਹੋ ਜੋ, ਜੇ ਕੋਈ ਭਗਤੀ ਕਰਦੇ ਜੋ, ਉਹ ਤੁਹਾਨੂੰ ਮਿਲ ਜੇਗੀ, ਦੇਨ ਰੋਗਤਾ ਮਿਲ ਜੇਗੀ, ਤੁਸੀਂ ਜੋ ਮੰਗੋਗੇ ਮਿਲ ਜਾਏਗਾ ਜੀ। ਬਾਣੀ ਚ ਲਿਖਤਾ ਜੀ, ਸਟੈਂਪ ਮਾਰਤੀ ਜੇ। ਉਸ ਤੋਂ ਬਾਅਦ ਫਿਰ ਕਹਿ ਰਹੇ ਨੇ ਵਾਹ ਵਾਹ ਕਰ ਸੇ ਜਨ ਸੋਹਣੇ ਹਰ ਤਿੰਨ ਕੇ ਸੰਗ ਮਿਲਾਏ। ਵਾਹ ਵਾਹ ਕਰੇ ਸੇ ਜਨ ਸੋਹਣੇ, ਜਿਹੜੇ ਵਾਹ ਵਾਹ ਕਰਦੇ ਆ ਉਹੀ ਸੋਹਣੇ ਆ, ਹਰ ਤਿੰਨ ਕੇ ਸੰਗ ਮਿਲਾਏ। ਮਤਲਬ ਰੱਬ ਨੂੰ ਕਹਿ ਰਹੇ ਆ, ਹੇ ਮਾਲਕਾ ਮੈਨੂੰ ਉਹਨਾਂ ਦੇ ਨਾਲ ਮਿਲਾ। ਹਾਂਜੀ ਵੀਰ ਜੀ, ਬਿਲਕੁਲ ਠੀਕ। ਉਹ ਕਹਿੰਦੇ ਉਹ ਬੰਦਿਆਂ ਦੀ ਸੰਗਤ ਹੋ ਜੀ ਜਿਹੜੇ ਤੇਰੀ ਭਗਤੀ ਕਰਦੇ ਆ। ਕਿਉਂ? ਕਿਉਂਕਿ ਉਹ ਉੱਥੇ ਪਰਮਾਤਮਾ ਦੀ ਗੱਲ ਚੱਲਦੀ ਹੈ, ਬਾਕੀ ਤੇ ਸਭ ਝੂਠ ਹੈ, ਕੂੜ ਹੈ। ਲੋਕੀ ਕੂੜ ਵੇਖ ਕੇ ਖੁਸ਼ ਹੁੰਦੇ, ਟੀਵੀ ਤੇ ਵੇਖੋ, ਸਭ ਪਤਾ ਹੈ ਕਿ ਇਹ ਛੱਟਣ ਲੋਕ ਹੈਗੇ, ਵਿਹਲੜ ਹੈਗੇ ਆ, ਇਹਨਾਂ ਦਾ ਘਰ ਦਾ ਜੀਵਨ ਬਿਲਕੁਲ ਆਪੋਜਿਟ। ਪਤਾ ਨਹੀਂ ਕਹਾਣੀ ਕਿੱਧਰ ਦੀ ਕਿੱਧਰ, ਉਹ ਬੰਦੇ ਨੂੰ ਮਾਰ ਵੀ ਦਿੰਦੇ, ਫਿਰ ਜਿੰਦਾ ਕਰ ਦਿੰਦੇ ਆ, ਪਰ ਕੋਈ ਬੰਦਾ ਵੇਖਣ ਵਾਲਾ ਕੁਐਸਚਨ ਨਹੀਂ ਕਰਦਾ। ਸਗੋਂ ਕਹਿੰਦੇ ਆ ਕਿ ਉਹ ਨਾ, ਉਹ ਇੱਕ ਕਰੈਕਟਰ ਮਰ ਗਿਆ ਯਾਰ, ਬੜਾ ਘਾਟਾ ਹੋ ਗਿਆ, 5-6 ਦਿਨਾਂ ਬਾਅਦ ਫੇਰ ਆ ਜਾਂਦਾ ਉਹ, ਜੇ ਝੂਠ ਤੇ ਝੂਠ, ਪਰ ਬੰਦਾ ਸਵਾਲ ਨਹੀਂ ਕਰਦਾ। ਪਰ ਬਾਣੀ ਕਹਿੰਦੀ ਹੈ ਨਹੀਂ, ਜਿਹੜਾ ਬੰਦਾ ਮਤਲਬ ਭਗਤੀ ਕਰਦਾ ਹੈ, ਉਹ ਬੰਦੇ ਬੜੇ ਸੋਹਣੇ ਆ, ਉਹਨਾਂ ਦਾ ਸੰਗ ਕਰੋ, ਉਹਨਾਂ ਦੇ ਨਾਲ ਰਹੋ, ਤਾਂ ਜੋ ਤੁਹਾਡੇ ਅੰਦਰ ਜ਼ਿੰਦਗੀ 'ਚ ਉਚਾਈ ਆਵੇ, ਤੁਸੀਂ ਥੱਲੇ ਨਾ ਚੱਲ। ਠੀਕ ਹੈ ਜੀ, ਬਿਲਕੁਲ। ਅਗਲੀ ਤੁਕ ਬੋਲੋ। ਵਾਹ ਵਾਹ ਹਿਰਦੇ ਉਚਰਾ ਮੁੱਖੋਂ ਵੀ ਵਾਹ ਵਾਹ ਕਰਿਓ। ਕਹਿੰਦੇ ਮੈਨੂੰ ਕਿਉਂ ਚਾਹੀਦੀ ਹੈ ਉਹਨਾਂ ਦੀ ਸੰਗਤ ਜਿਹੜੇ ਵਾਹ ਵਾਹ ਕਰਦੇ ਆ? ਕਹਿੰਦੇ ਮੈਂ ਵੀ ਜਿਹੜਾ ਹੈਗਾ ਵਾਹ ਵਾਹ ਕਰਨਾ ਚਾਹੁੰਦਾ ਹੈ, ਔਰ ਮੈਂ ਹਿਰਦੇ ਤੋਂ ਮਨ ਤੋਂ ਵਾਹ ਵਾਹ ਕਰਨਾ ਚਾਹੁੰਦਾ ਹੈ, ਔਰ ਮੈਂ ਮੂੰਹ ਦੇ ਨਾਲ ਵੀ ਵਾਹ ਵਾਹ ਕਰਨਾ ਚਾਹੁੰਦਾ ਹੈ। ਹਾਂਜੀ ਵੀਰ ਜੀ, ਲਓ ਜੀ, ਇਹ ਹੋਰ ਗੱਲ ਵੇਖ ਲਓ। ਉਹ ਕਹਿੰਦੇ ਮੂੰਹ ਨਾਲ ਵੀ ਕਰੋ। ਹਾਂਜੀ, ਦੇਖੋ ਗੁਰੂ ਜੀ ਹੋਰ ਸੌਖਾ ਕਰਕੇ ਜੋ, ਮੈਂ ਤੇ ਕਹਿੰਦੇ ਆ ਨਾ ਕਿ ਵੈਗੁਰੂ ਅੰਦਰ ਵੀ ਧਿਆਉਣਾ ਹੈ, ਉਹ ਕਹਿੰਦੇ ਮੂੰਹ ਤੋਂ ਵੀ ਧਿਆਓਗੇ ਤੇ ਉਹ ਵੀ ਸਤਿਕਾਰ ਹੈ। ਨਾਨਕ ਵਾਹ ਵਾਹ ਜੋ ਕਰੇ ਸੋ ਤਨ ਮਨ ਤਿਨ ਕੋ ਦਿਓ। ਉਤਰੀ ਤੋਂ ਕੋ ਦਿਓ। ਨਾਨਕ ਵਾਹ ਵਾਹ ਜੋ ਕਰੇ ਹਾਂ ਤਨ ਮਨ ਤਿਨਹਿ ਕੋ ਦਿਓ। ਕਹਿੰਦੇ ਮੈਂ ਉਹਨਾਂ ਨੂੰ ਦੇਵਾਂ, ਉਹਨਾਂ ਦੇ ਅੱਗੇ ਉਹਨਾਂ ਦੀ ਸੰਗਤ ਕਰਾਂ, ਔਰ ਦਿਲੋਂ ਸੰਗਤ ਕਰਾਂ, ਬਿਲਕੁਲ ਉਹਨਾਂ ਨੂੰ ਬਿਲਕੁਲ ਆਪਣੇ ਆਪ ਨੂੰ ਸਮਰਪਿਤ ਕਰਦਾ। ਹਾਂਜੀ ਵੀਰ ਜੀ, ਹਾਂਜੀ। ਇੱਥੇ ਜਿਹੜੀ ਉੱਪਰਲੀ ਵਾਹ ਵਾਹ ਦੀ ਗੱਲ ਕੀਤੀ ਹੈ ਨਾ, ਮੂੰਹ ਦੇ ਰਾਹੀਂ ਪ੍ਰਮਾਤਮਾ ਦੀ ਤਾਰੀਫ ਕਰਨੀ ਆ ਤੁਸੀਂ, ਇਹ ਵੀ ਵਾਹ ਵਾਹ, ਇਹ ਵੀ ਉਹਦੀ ਭਗਤੀ ਹੈ। ਪਰਮਾਤਮਾ ਝੂਠੀ ਤਾਰੀਫ ਨਹੀਂ ਕਰਨੀ, ਪਰਮਾਤਮਾ ਦੀ ਜੋ ਵੀ ਕਰੋਗੇ ਉਹਦਾ ਕੋਈ, ਉਹਦੀ ਤਾਰੀਫ ਦਾ ਕੋਈ ਅੰਤ ਨਹੀਂ, ਕਿਉਂਕਿ ਉਹ ਬੇਅੰਤ ਹੈ, ਲਿਮਿਟਲੈਸ। ਉਹਦੀਆਂ ਸ਼ਕਤੀਆਂ ਦੀ ਕੋਈ ਲਿਮਿਟ ਨਹੀਂ ਹੈ। ਪਤਾ ਨਹੀਂ ਕਿੰਨਾ ਕੁ ਪਾਵਰਫੁਲ ਹੈ, ਕਿ ਇਹ ਵੀ ਨਹੀਂ ਕਹਿ ਸਕਦੇ ਕਿ ਉਹ ਸ਼ਕਤੀਸ਼ਾਲੀ ਹੈ, ਕਿਉਂਕਿ ਉਹ ਪਤਾ ਨਹੀਂ ਕਿੰਨਾ ਸ਼ਕਤੀਸ਼ਾਲੀ। ਇਹ ਤੇ ਉਹ ਜਾਣਦਾ ਹੈ, ਉਹਦੀ ਤਾਰੀਫ ਕਰਨੀ ਚਾਹੀਦੀ ਹੈ। ਜੇਕਰ ਮੈਨੂੰ ਜਨਮ ਦਿੱਤਾ ਸਭ ਤੋਂ ਪਹਿਲਾਂ, ਤੇ ਮੈਂ ਇਹ ਕਹਿ ਸਕਦਾ ਕਿ ਇਹ ਸੰਸਾਰ ਨੂੰ ਵੇਖਣ ਦਾ ਮੈਨੂੰ ਮੌਕਾ ਦਿੱਤਾ, ਮੈਂ ਇਸ ਗੱਲ ਦਾ ਬਹੁਤ ਧੰਨਵਾਦ ਕਰਦਾ।
ਸੰਸਾਰ ਤੋਂ ਜਾਣਾ ਤੇ ਸਾਰਿਆਂ ਨੇ ਆ, ਪਰ ਇਸ ਟਾਈਮ ਜੋ ਜਲਵੇ ਵੇਖ ਲਏ ਜ਼ਿੰਦਗੀ 'ਚ, ਜੋ ਨਜ਼ਾਰੇ ਲੈ ਲਏ ਆ, ਬੰਦਗੀ ਕਰ ਰਹੇ ਆ, ਇਹ ਉਹਦੀ ਕਿਰਪਾ ਹੈ। ਉਹਦੀ ਕਿਰਪਾ ਤੋਂ ਬਿਨਾਂ ਇਹ ਇਟ ਇਜ਼ ਨਾਟ ਪੋਸੀਬਲ। ਭਗਤੀ ਤੇ ਖਾਸ ਕਰਕੇ ਆ, ਬਾਕੀ ਜੇ ਕੋਈ ਸਧਾਰਨ ਜੀਵਨ ਬਤੀਤ ਕਰਨਾ ਉਹ ਹੋਣਾ ਤੇ ਉਹਦੀ ਕਿਰਪਾ ਨਾਲ, ਪਰ ਉਹ ਏਡੀ ਕਿਰਪਾ ਨਹੀਂ ਹੈ। ਕਿਰਪਾ ਤੇ ਹੈ ਕਿ ਜਦੋਂ ਕੋਈ ਉਹਦੀ ਭਗਤੀ ਕਰਦਾ, ਇਹ ਕਾਫੀ ਵੱਡੀ ਗੱਲ ਹੈ। ਠੀਕ ਹੈ ਜੀ, ਕਲਯੁਗ ਦਾ ਟਾਈਮ ਹੋਵੇ, ਜੇ ਕੋਈ ਉੱਥੇ ਸੰਗਤ ਕਰੇ 1 ਘੰਟੇ ਦੀ, 1.5 ਘੰਟੇ ਦੀ, ਆਪਣੇ ਜੀਵਨ 'ਚ ਅੱਧਾ ਘੰਟਾ ਕਰਕੇ ਉਹ ਭਗਤੀ ਕਰਦਾ ਹੈ, ਸੱਚ ਤੇ ਚੱਲਦਾ ਹੈ, ਸੱਚ ਨੂੰ ਖਰੀਦਦਾ ਹੈ, ਔਰ ਉਸਦੇ ਅੰਦਰ ਪਾਵਰ ਆ ਰਹੀ ਹੈ ਪਰਮਾਤਮਾ ਦੇ ਵੱਲ ਵਧਣ ਦੇ ਲਈ, ਤੇ ਬਈ ਇਹ ਤਾਂ ਉਹਦੀ ਕਿਰਪਾ ਹੈ। ਉਹਦੀ ਕਿਰਪਾ ਤੋਂ ਬਿਨਾਂ ਪੋਸੀਬਲ ਨਹੀਂ ਹੈ ਜੀ। ਫਿਰ ਅਗਲੇ ਬੰਨੇ ਦੇਖੋ, ਵਾਹ ਵਾਹ ਨਾਨਕਾ ਜੋ ਕਰੇ ਔ ਤਨ ਮਨ ਤਿੰਨ ਦਿਉ। ਉਹ ਕਹਿੰਦੇ ਜਿਹੜਾ ਭਗਤੀ ਕਰਦਾ ਬਈ ਉਹਦੇ ਲਈ ਮੈਂ ਬਹੁਤ ਖੁਸ਼ ਹੁੰਦਾ, ਉਹ ਤਨੋਂ ਮਨੋਂ ਮੈਂ ਕਹਿੰਦਾ ਉਹਨਾਂ ਨੂੰ ਦੇ ਤਨ ਮਨ। ਇਹਦਾ ਮਤਲਬ ਕੀ ਮੈਂ ਜਿਹੜਾ ਹੈਗਾ ਗੁਰੂ ਨਾਨਕ ਸਾਹਿਬ ਆਪਣੇ ਤੀਸਰੀ ਪਾਤਸ਼ਾਹੀ ਕਹਿ ਰਹੀ ਹੈ, ਕਹਿੰਦੇ ਕਿ ਜਿਹੜਾ ਵਾਵਾ ਜਿਹੜੇ ਕਰਦੇ ਆ, ਕਹਿੰਦੇ ਮੈਂ ਉਹਨਾਂ ਦੀ ਸੰਗਤ ਕਰਾਂ, ਉਹਨਾਂ ਦੇ ਨਾਲ ਕਦਾ ਵੀ ਜਰਾ ਵੀ ਵਿਤਕਰਾ ਨਾ ਰੱਖਾਂ, ਉਹਨਾਂ ਨੂੰ ਤਨ ਵੀ ਦੇ ਦਾਂ ਤੇ ਮਨ ਵੀ ਦੇ ਦਾਂ, ਦੋਨੋਂ ਤਨ ਮਨ ਕਰਕੇ ਮੈਂ ਹਿਰਦੇ 'ਚੋਂ ਜਿਹੜਾ ਹੈਗਾ ਉਹਨਾਂ ਦੀ ਸੇਵਾ ਕਰਾਂ, ਚਾਅ ਦੇ ਨਾਲ। ਚਾਅ ਆ ਕਹਿੰਦਾ ਉਹਨਾਂ ਦੇ। ਹਾਂ, ਉਹ ਕਹਿੰਦੇ ਨੇ ਕਿ ਤੁਹਾਡੀ ਉਸਤਤ ਕਰ ਰਹੇ ਨੇ ਕਿ ਐਸੀ ਸੰਗਤ ਤੋਂ ਮੈਂ ਤਨ ਵੀ ਦੇ ਦਾਂ ਤੇ ਮਨ ਵੀ ਦੇ ਦਾਂ, ਮੈਂ ਸਾਰੇ ਆਸ਼ੀਰਵਾਦ ਦੇ ਦਾਂ ਉਹਨਾਂ ਨੂੰ ਜਿਹੜੇ ਪਰਮਾਤਮਾ ਦੀ ਬੰਦਗੀ ਕਰਨ। ਬਿਲਕੁਲ, ਵੇਖੋ ਗੁਰੂ ਜੀ ਕਹਿ ਰਹੇ ਨੇ ਕਿ ਕਿੱਡੀ ਵੱਡੀ ਗੱਲ ਹੈ। ਆਸ਼ੀਰਵਾਦ ਦੇ ਰਹੇ ਨੇ ਕਿ ਮੈਂ ਉਹਨੂੰ ਆਪਣਾ ਆਸ਼ੀਰਵਾਦ ਦਿੰਦਾ ਮਨ ਤੋਂ ਤਨ ਤੋਂ, ਜਿਹੜੇ ਪਰਮਾਤਮਾ ਦੀ ਬੰਦਗੀ ਕਰਦੇ। ਹਾਂਜੀ ਨਿਜਰ ਸਾਹਿਬ, ਅੱਗੇ ਚੱਲੀਏ। ਮਹੱਲਾ ਤੀਜਾ। ਸ਼ੋਰ ਆ ਰਿਹਾ ਜੀ ਕਿਸੇ ਤੇ, 1 ਸੈਕਿੰਡ ਦੇਖ ਲੈਣਾ ਜੀ ਕਿਹਦਾ। ਸੁਖਿੰਦਰ ਜੀ ਕਿਹਦਾ ਸ਼ੋਰ ਹੈ? ਹਾਂਜੀ ਮੈਂ ਦੇਖ ਲੈਣਾ, ਕੋਈ ਨਾ, ਮਿਊਟ ਕਰਤਾ ਉਹਨਾਂ ਨੇ। ਵੈਸੇ ਮਹੱਲਾ ਤੀਜਾ। ਵਾਹ ਵਾਹ ਸਾਹਿਬ ਸੱਚ ਹੈ, ਅੰਮ੍ਰਿਤ ਜਾਂ ਕਾ ਨਾਮ। ਕਹਿੰਦੇ ਜਿਹੜੀ ਇਹ ਵਾਹ ਹੈਗੀ ਨਾ, ਜਿਹਦੀ ਵਾਹ ਕਰ ਰਹੇ ਨਾ ਆਪਾਂ, ਉਹ ਜਿਹੜਾ ਹੈਗਾ ਹਮੇਸ਼ਾ ਰਹਿਣ ਵਾਲਾ ਹੈ, ਔਰ ਉਹ ਮਾਲਕ ਆ। ਸਾਰੇ ਜਿਹੜੇ ਹੈਗੇ ਆ, ਉਹ ਸਾਰੇ ਜਿਹੜੇ ਹੈਗੇ ਉਹਦੀ ਰਚਨਾ ਹੈਗੀ, ਸਾਰੇ ਉਹਦੇ ਕਿਰਤ ਹੈਗੇ ਆ, ਔਰ ਉਹ ਕਰਨ ਵਾਲਾ ਹੈਗਾ, ਉਹ ਮਾਲਕ ਹੈਗਾ, ਔਰ ਉਹ ਸੱਚ ਹੈਗਾ, ਔਰ ਉਹਦਾ ਨਾਮ ਜਿਹੜਾ ਹੈਗਾ ਉਹ ਅੰਮ੍ਰਿਤ ਹੈਗਾ। ਨਾਮ ਅੰਮ੍ਰਿਤ ਜਿਹੜਾ ਹੈਗਾ ਉਹ ਪ੍ਰਗਟ ਕਰਨਾ ਹੈ। ਨਾਮ ਦੇਹੀ ਦੇ ਵਿੱਚ ਹੈਗਾ ਨਾਮ। ਇਹ ਨਾਮ ਪਾ ਕੇ ਮਾਲਕ ਨੇ ਭੇਜਿਆ ਵੀ ਜਿਹੜਾ ਹੈਗਾ ਇਹ ਗੇਮ ਜਿੱਤੂਗਾ, ਉਹ ਨਾਮ ਦੇ ਨਾਲ ਹੀ ਜਿੱਤ ਪਾਊਗਾ। ਹੋਰ ਕੋਈ ਤਰੀਕਾ ਨਹੀਂ ਹੈ, ਹੋਰ ਕੋਈ ਕਿਸੇ ਵੀ ਹੋਰ ਤਰੀਕੇ ਦੇ ਨਾਲ ਇਹ ਪ੍ਰਕਿਰਤੀ ਦੀ ਕੈਦ 'ਚੋਂ ਬਾਹਰ ਨਹੀਂ ਨਿਕਲ ਸਕਦਾ ਕੋਈ ਵੀ, ਜਦ ਤੱਕ ਕਿ ਉਹ ਨਾਮ ਅੰਮ੍ਰਿਤ ਨੂੰ ਨਹੀਂ ਪੀਂਦਾ, ਨਾਮ ਅੰਮ੍ਰਿਤ ਪ੍ਰਗਟ ਨਹੀਂ ਕਰਦਾ। ਔਰ ਉਹ ਪ੍ਰਗਟ ਹੋਣਾ ਹੈ ਵਾਹ ਕਰਨ ਦੇ ਨਾਲ, ਉਹ ਪ੍ਰਗਟ ਹੋਣਾ ਹੈ ਭਗਤੀ ਕਰਨ ਦੇ ਨਾਲ, ਉਹ ਪ੍ਰਗਟ ਹੋਣਾ ਹੈ ਬੰਦਗੀ ਜਿਹੜੀ ਹੈਗੀ ਧਿਆਨ ਦੇ ਨਾਲ, ਸੁਣਨ ਦੇ ਵਿੱਚ ਬੈਠਣ ਦੇ ਨਾਲ, ਸੱਚ ਹੋਣ ਦੇ ਨਾਲ, ਸੱਚ ਦੇ ਨਾਲ ਜੁੜਨ ਦੇ ਨਾਲ, ਜੀਵਨ ਦੇ ਵਿੱਚ ਸੱਚ ਲਿਆਉਣ ਦੇ ਨਾਲ। ਵਾਹ ਸਾਹਿਬ ਸੱਚ ਹੈ, ਅੰਮ੍ਰਿਤ ਜਾਂ ਕਾ ਨਾਉ, ਜਿਨੇ ਸੇਵਿਆ ਤਿਨੇ ਫਲ ਪਾਇਆ, ਹਾਂ ਤਿਨੇ ਬਲਿਹਾਰੇ ਜਾਉ। ਕਹਿੰਦੇ ਜਿਸਨੇ ਵੀ ਇਹ ਸੇਵਾ ਕੀਤੀ, ਉਹ ਕੀ ਸੇਵਾ? ਵਾਹ ਜਿਨੇ ਵੀ ਬੰਦਗੀ ਕੀਤੀ ਤਿਨੇ ਫਲ ਪਾਇਆ। ਕਹਿੰਦੇ ਉਸਨੇ ਫਲ ਪਾਇਆ ਹੀ ਪਾਇਆ ਹੈ, ਇਹਦੇ ਵਿੱਚ ਫੇਲੂਅਰ ਨਹੀਂ ਹੋਏਗਾ। ਜਿਸਨੇ ਵੀ ਬੰਦਗੀ ਕੀਤੀ 100% ਪਾਸ ਆਊਟ ਹੈਗੇ। ਜਿਨੇ ਸੇਵਿਆ ਤਿਨੇ ਫਲ ਪਾਇਆ, ਹਾਂ ਤਿਨੇ ਬਲਿਹਾਰੇ ਜਾਉ। ਕਹਿੰਦੇ ਮੈਂ ਤਾਂ ਬਲਿਹਾਰ ਜਾਣਾ ਹੈ, ਐਸੇ ਜਿਹੜੇ ਹੈਗੇ ਸੇਵਾ ਕਰਨ ਵਾਲੇ, ਉਹਨਾਂ ਤੋਂ ਮੈਂ ਸਦਕੇ ਜਾਣਾ ਹੈ, ਕੁਰਬਾਨ ਜਾਣਾ ਹੈ। ਵਾਹ ਗੁਣੀ ਨਿਦਾਨ ਹੈ, ਜਿਸਨੂੰ ਦੇ ਸੁਖ ਆਏ। ਕਹਿੰਦੇ ਇਹ ਤਾਂ ਐਸਾ ਗੁਣਾਂ ਦਾ ਖਜ਼ਾਨਾ ਹੈਗਾ। ਵਾਹ ਜਿਹੜਾ ਹੈਗਾ ਐਸਾ ਗੁਣਾਂ ਦਾ ਖਜ਼ਾਨਾ, ਐਸਾ ਭੋਜਨ ਹੈਗਾ। ਕਹਿੰਦੇ ਪਰ ਉਹ ਮਾਲਕ ਪਰਮਾਤਮਾ, ਦਾਤ ਮਾਲਕ ਪਰਮਾਤਮਾ ਦੇ ਕੋਲ ਹੈਗੀ ਆ। ਜਿਸ ਨੂੰ ਮਾਲਕ ਦਿੰਦਾ ਹੈ ਇਹ ਦਾਤ, ਕਹਿੰਦੇ ਉਹ ਰੱਜ ਜਾਂਦਾ ਹੈ, ਤ੍ਰਿਪਤ ਹੋ ਜਾਂਦਾ ਜਿਹੜਾ ਇਹ ਭੋਜਨ ਖਾਂਦਾ ਹੈ। ਵਾਹ ਜਲ ਥਲ ਭਰਪੂਰ ਹੈ, ਗੁਰਮੁਖੇ ਪਾਇਆ ਜਾਏ। ਕਹਿੰਦੇ ਉਹ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਇਹ ਪ੍ਰਕਿਰਤੀ ਦੇ ਵਿੱਚ ਸਮਾਇਆ ਹੋਇਆ ਹੈ।
ਜਲ ਦੇ ਵਿੱਚ ਵੀ, ਥਲ ਦੇ ਵਿੱਚ ਵੀ, ਆਕਾਸ਼ ਦੇ ਵਿੱਚ ਵੀ, ਹਰ ਜਗ੍ਹਾ 'ਤੇ ਉਹ ਮਾਲਕ ਪਰਮਾਤਮਾ ਆਪਣੀ ਰਚਨਾ ਦੇ ਵਿੱਚ ਭਰਪੂਰ ਹੈਗਾ। ਵਾਹ ਵਾਹ ਜਲ ਥਲ ਭਰਪੂਰ ਹੈ, ਗੁਰਮੁਖੇ ਪਾਇਆ ਜਾਏ। ਪਰ ਉਹ ਮਾਲਕ ਪਰਮਾਤਮਾ ਪ੍ਰਗਟ ਹੁੰਦਾ ਹੈ, ਉਹ ਗੁਪਤ ਰੂਪ ਦੇ ਵਿੱਚ ਹੈਗਾ ਹਰ ਜਗ੍ਹਾ 'ਤੇ, ਹਰੇਕ ਦੇ ਅੰਦਰ। ਪਰ ਉਹ ਪ੍ਰਗਟ ਹੁੰਦਾ ਹੈ ਉਹ ਗੁਰਮੁਖੇ, ਗੁਰੂ ਦੇ ਮੁਖ ਤੋਂ ਜੋ ਗਿਆਨ ਆ ਰਿਹਾ ਹੈ, ਜੋ ਬ੍ਰਹਮ ਗਿਆਨ ਆ ਰਿਹਾ ਹੈ, ਜਿਨ੍ਹਾਂ ਨੇ ਪ੍ਰਗਟ ਕਰ ਲਿਆ, ਉਹਨਾਂ ਦੀ ਡਾਇਰੈਕਸ਼ਨ ਦੇ ਨਾਲ ਉਹ ਮਾਲਕ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ। ਇਸ ਕਰਕੇ ਗੁਰੂ ਦੇ ਸਿੱਖੋ, ਵਾਹ ਵਾਹ ਗੁਰਸਿੱਖ ਨਿਤ ਸਭ ਕਰੋ। ਆ ਸਾਧ ਸੰਗਤ ਜੀ ਦੇਖੋ ਕੀ ਇੰਸਟਰਕਸ਼ਨ ਕਰਦੇ, ਆਪਣੇ ਗੁਰੂ ਜੀ ਕੀ ਇੰਸਟਰਕਸ਼ਨ ਦੇ ਰਹੇ। ਵਾਹ ਵਾਹ ਗੁਰਸਿੱਖ ਨਿਤ ਸਭ ਕਰੋ, ਸਾਰੇ ਕਹਿੰਦੇ ਧਿਆਨ ਸਿਮਰਨ ਕਰੋ। ਕੋਈ ਵੀ ਕੱਲਾ ਗਿਆਨ ਲੈ ਕੇ ਨਾ ਛੱਡੋ। ਵਾਹ ਵਾਹ ਗੁਰਸਿੱਖ ਨਿਤ ਕਰਨਾ ਹੈਗਾ, ਨਿਤ ਕਰਨਾ ਹੈਗਾ। ਇਹ ਨਿਤਨੇਮ ਹੈਗਾ। ਇਹ ਨਿਤਨੇਮ ਦੇਖੋ ਤੀਸਰੀ ਪਾਤਸ਼ਾਹੀ ਕਿੰਨਾ ਜ਼ਬਰਦਸਤ ਆਪਾਂ ਨੂੰ ਕਹਿ ਰਹੇ ਆ, ਔਰ ਗੁਰਸਿੱਖਾਂ ਨੂੰ ਕਹਿ ਰਹੇ। ਕਹਿੰਦੇ ਜਿਨ੍ਹਾਂ ਨੂੰ, ਕਿਉਂ ਗੁਰਸਿੱਖਾਂ ਨੂੰ, ਕਿਉਂ ਦੂਸਰੇ ਨੂੰ ਪਤਾ ਹੀ ਨਹੀਂ ਵਿਚਾਰਿਆਂ ਨੂੰ, ਉਹਨਾਂ ਨੂੰ ਗਿਆਨ ਹੀ ਨਹੀਂ ਹੈਗਾ। ਐਟਲੀਸਟ ਜਿਹੜੇ ਗੁਰੂ ਦੇ ਸਿੱਖ ਆਪਣੇ ਆਪ ਨੂੰ ਅਖਵਾਉਂਦੇ ਆ, ਜਿਹੜੀ ਗੁਰੂ ਦੀ ਮੱਤ ਲੈਂਦੇ, ਗੁਰੂ ਦਾ ਗਿਆਨ ਲੈਂਦੇ ਆ, ਉਹਨਾਂ ਨੂੰ ਕਹਿ ਰਹੇ, ਕਹਿੰਦੇ ਨਿਤ ਕੰਮ ਕਰਨਾ ਹੈ ਭਾਈ, ਇਹ ਕੰਮ ਕਰਨਾ ਹੀ ਕਰਨਾ, ਲਾਜ਼ਮੀ ਕਰਨਾ ਹੀ ਕਰਨਾ ਹੈਗਾ। ਵਾਹ ਵਾਹ ਗੁਰਸਿੱਖ ਨਿਤ ਸਭ ਕਰੋ, ਗੁਰ ਪੂਰੇ ਵਾਹ ਵਾਹ ਭਾਵੈ। ਪੂਰੇ ਗੁਰੂ ਨੂੰ, ਜਿਹੜਾ ਪੂਰਾ ਗੁਰੂ ਹੈਗਾ, ਜਿਹੜਾ ਪਰਮਾਤਮਾ ਦੇ ਨਾਲ ਮਿਲਿਆ ਹੈ, ਜਿਹਦੇ ਅੰਦਰ ਮਾਲਕ ਬੋਲ ਰਿਹਾ ਆ, ਉਸ ਗੁਰੂ ਨੂੰ ਇਹ ਵਾਹ ਵਾਹ ਹੀ ਚੰਗੀ ਲੱਗਦੀ ਆ। ਨਾਨਕ ਵਾਹ ਵਾਹ ਜੋ ਮਨ ਚਿੱਤ ਕਰੇ, ਤਿਸ ਜਮ ਕੰਕਰ ਨੇੜ ਨਾ ਆਵੈ। ਬਾਣੀ ਜਿਹੜੀ ਹੈਗੀ ਆ ਸਰਟੀਫਾਈ ਕਰ ਰਹੀ ਹੈ, ਤੀਸਰੀ ਪਾਤਸ਼ਾਹੀ ਸ਼ਾਦੀ ਕਰ ਰਹੇ ਆ ਕਿ ਜਿਹੜਾ ਵੀ ਇਨਸਾਨ ਮਨ ਔਰ ਚਿੱਤ ਕਰਕੇ ਭਗਤੀ ਕਰਦਾ ਹੈ, ਧਿਆਨ ਸਿਮਰਨ ਕਰਦਾ ਹੈ, ਮਜਾ ਲਿਆ ਜਿਹੜਾ ਹੈਗਾ ਉਹਦੇ ਕੋਲੋਂ ਜਿਹੜਾ ਲੇਖਾ ਜਿਹੜਾ ਧਰਮਰਾਜ ਲੇਖਾ ਪੁੱਛ ਜਾਏ, ਉਹਦੇ ਕਰਿੰਦੇ ਜਿਹੜੇ ਹੈਗੇ ਉਹਨੂੰ ਤੰਗ ਕਰ ਜਾਣ, ਇਹ ਹੋ ਨਹੀਂ ਸਕਦਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੋ। ਦੇਖੋ ਸਾਧ ਸੰਗਤ ਜੀ ਫਿਰ ਅਗਲੇ ਬੰਨੇ ਕਹਿ ਰਹੇ ਨੇ ਕਿ ਵਾਹ ਵਾਹ ਸਾਹਿਬ ਸੱਚ ਹੈ। ਪਹਿਲੀ ਗੱਲ ਤੇ ਕਹਿੰਦੇ ਕਿ ਉਹ ਪਰਮਾਤਮਾ ਸੱਚ ਹੈ। ਫਿਰ ਅਗਲੇ ਬੰਨੇ ਕਹਿੰਦੇ ਅੰਮ੍ਰਿਤ ਜਾਂ ਕਾ ਨਾਮ, ਉਹ ਸੱਚ ਹੈ, ਉਹਦਾ ਨਾਮ ਜੋ ਅੰਮ੍ਰਿਤ ਹੈ। ਹਾਂ, ਔਰ ਵਾਹ ਵਾਹ ਵੀ ਸੱਚ ਹੈ। ਇਹ ਸੱਚ ਕਰਨ ਵਾਲੀ, ਇਸੇ ਦੇ ਨਾਲ ਹੀ ਆਪਾਂ ਸੱਚ ਹੋ ਸਕਦੇ ਹਾਂ, ਨਹੀਂ ਤਾਂ ਆਪਾਂ ਕੱਚੇ ਹੀ ਰਵਾਂਗੇ। ਹਾਂ, ਉਹ ਜੇ ਉਹਦੀ ਸੱਚ ਦੀ ਵਾਹ ਵਾਹ ਕਰੋਗੇ, ਉਹਦੀ ਵਾਹ ਵਾਹ ਦਾ ਮਤਲਬ ਇੱਥੇ ਭਗਤੀ ਹੈ। ਠੀਕ ਹੈ, ਬਿਲਕੁਲ। ਪਰਮਾਤਮਾ ਸੱਚ ਹੈ, ਤੁਸੀਂ ਉਹਦੀ ਭਗਤੀ ਕਰੋ ਤੇ ਤੁਸੀਂ ਸੱਚੇ ਹੋ ਜਾਓਗੇ। ਤੇ ਅੰਮ੍ਰਿਤ ਜਾਂ ਕਾ ਨਾਮ, ਹੁਣ ਅੰਮ੍ਰਿਤ ਦਾ ਮਤਲਬ ਇਹ ਹੁੰਦਾ ਹੈ ਕਿ ਜਿਹਨੂੰ ਪੀਣ ਦੇ ਨਾਲ ਬੰਦਾ ਅਮਰ ਹੋ ਜਾਏ। ਬਿਲਕੁਲ। ਉਹ ਜਿਹੜਾ ਕਹਿੰਦੇ ਨਾ ਐਸੀ ਮਰਨੀ ਜੋ ਮਰੇ ਬੌੜ ਨਾ ਮਰਨਾ ਹੋਵੇ, ਉਹ ਉਸ ਮੌਤ ਦੀ ਗੱਲ ਕਰਦੇ ਆ ਕਿ ਜੋ ਬੰਦਾ ਅਮਰ ਹੋ ਜਾਂਦਾ ਹੈ, ਜਿਹੜਾ ਬ੍ਰਹਮ ਚ ਲੀਨ ਹੋ ਜਾਂਦਾ ਹੈ, ਸਾਗਰ ਤੋਂ ਪਾਰ ਲੰਘ ਜਾਂਦਾ ਹੈ। ਫਿਰ ਅਗਲੇ ਬੰਨੇ ਕਹਿੰਦੇ ਨੇ ਜਿਨ ਸੇਵਿਆ ਤਿੰਨ ਫਲ ਪਾਇਆ, ਤੋਂ ਹਾਂ ਤਿੰਨ ਬਲਿਹਾਰੇ ਜਾਓ। ਮੈਂ ਜਾਵਾਂ ਉਹਨਾਂ ਤੋਂ ਬਲਿਹਾਰ। ਕੁਰਬਾਨ ਜਾਵਾਂ ਕਿੰਨਾ ਤੇ, ਜਿਨ੍ਹਾਂ ਨੇ ਸੇਵਿਆ ਮਤਲਬ ਕੱਲਾ ਸੇਵਿਆ ਹੀ ਨਹੀਂ, ਫਲ ਵੀ ਪ੍ਰਾਪਤ ਕੀਤਾ। ਹਾਂ, ਅੰਮ੍ਰਿਤ ਪੀ ਲਿਆ, ਅੰਮ੍ਰਿਤ ਪਾ ਲਿਆ। ਅਵਸਥਾ ਪ੍ਰਾਪਤ ਕਰ ਲਈ ਜੀ। ਜਿੰਨਾ ਅਵਸਥਾ ਪ੍ਰਾਪਤ ਕਰ ਲਈ, ਪਹਿਲਾਂ ਤਾਂ ਭਗਤੀ ਕੀਤੀ, ਫਿਰ ਅਵਸਥਾ ਪ੍ਰਾਪਤ ਕੀਤੀ, ਮੈਂ ਉਹਨਾਂ ਤੇ ਬਲਿਹਾਰੀ ਜਾਨਾ। ਠੀਕ ਹੈ ਜੀ। ਫਿਰ ਅਗਲੇ ਬੰਨੇ ਫਿਰ ਕੀ ਕਹਿ ਰਹੇ ਨੇ, ਵਾਹੋ ਵਾਹੋ ਗੁਣੀ ਨਿਦਾਨ ਹੈ, ਜਿਸਨੂੰ ਦੇ ਸੋ ਖਾਏ। ਕਹਿੰਦੇ ਇਹੀ ਗੁਣਾਂ ਦਾ ਖਜ਼ਾਨਾ ਹੈ ਭਾਈ, ਮਾਲਕ ਪਰਮਾਤਮਾ ਦੀ ਵਾਹ ਵਾਹ ਜਿਹੜੀ ਹੈਗੀ ਆ, ਇਹ ਗੁਣਾਂ ਦਾ ਖਜ਼ਾਨਾ ਹੈਗਾ ਇਹੀ। ਔਰ ਜਿਸਨੂੰ ਦੇ ਸੋ ਖਾਏ, ਜਿਹਨੂੰ ਮਾਲਕ ਪਰਮਾਤਮਾ ਦਿੰਦਾ ਹੈ, ਦੇਣਾ ਮਾਲਕ ਪਰਮਾਤਮਾ ਨੇ ਹੈ, ਅਤੇ ਉਸੇ ਨੇ ਤ੍ਰਿਪਤ ਹੋਣਾ ਹੈ। ਹਾਂਜੀ ਵੀਰ ਜੀ। ਬਸ ਠੀਕ ਹੈ ਜੀ। ਭਗਤੀ ਦਾ ਰੂਪੀ ਜਿਹੜਾ ਖਜ਼ਾਨਾ ਹੈ, ਜਿਹਨੂੰ ਦਿੰਦਾ ਹੈ ਉਹੀ ਵਰਤ ਸਕਦਾ। ਤੇ ਵਰਤਣ ਦੇ ਲਈ ਤੁਹਾਡੀ ਕੁਆਲੀਫਿਕੇਸ਼ਨ ਤੇ ਇਹੋ ਹੀ ਹੈ ਕਿ ਤੁਹਾਡੇ ਕੁਝ ਨਾ ਕੁਝ ਜਿਹੜੇ ਕਰਮ ਨੇ ਤੁਹਾਡੀ ਆਤਮਾ ਨੂੰ ਚੰਗੇ ਲੱਗੇ, ਫਿਰ ਉਹ ਤੁਹਾਨੂੰ ਬੰਦਗੀ ਕਰਾਉਂਦੀ ਹੈ, ਤੁਹਾਨੂੰ ਉਸ ਸੰਗਤ 'ਚ ਲੈ ਜਾਂਦੀ ਹੈ। ਪਰਮਾਤਮਾ ਕੱਲਾ ਨਹੀਂ ਕਿਸੇ ਨੂੰ ਲੈ ਕੇ ਜਾਂਦਾ। ਤੁਹਾਡੇ ਅੰਦਰ ਆਤਮਾ ਹੈ, ਉਹ ਪਰਮਾਤਮਾ ਹੀ ਆ, ਪਰਮਾਤਮਾ ਦਾ ਛੋਟਾ ਅੰਸ਼। ਜਦੋਂ ਤੁਸੀਂ ਮਾੜਾ ਜੀਵਨ ਬਤੀਤ ਕਰਦੇ ਜੋ, ਘਟੀਆ ਇਨਸਾਨ ਬਣ ਜਾਂਦੇ ਜੋ,
ਧਰਮ ਦੀ ਪੌੜੀ ਤੋਂ ਥੱਲੇ ਉਤਰ ਜਾਂਦੇ ਹੋ। ਕੋਈ ਵਿਚਾਰ ਨਹੀਂ ਕਰਦੇ ਕਿ ਇਹ ਚੀਜ਼ ਮੈਂ ਕਰ ਰਿਹਾ, ਇਹ ਚੀਜ਼ ਮੈਂ ਬੋਲ ਰਿਹਾ, ਇਹ ਚੀਜ਼ ਮੈਂ ਖਾ ਰਿਹਾ। ਜੋ ਦਿਲ ਕੀਤਾ ਬੋਲਤਾ, ਜੋ ਦਿਲ ਕੀਤਾ ਖਾ ਲਿਆ, ਜੋ ਦਿਲ ਕੀਤਾ ਪੀ ਲਿਆ, ਜੋ ਦਿਲ ਕੀਤਾ ਕਰ ਲਿਆ, ਬੋਲ ਦਿੱਤਾ, ਸੁਣ ਲਿਆ। ਤੇ ਫਿਰ ਧਰਮ ਕਿੱਥੇ ਹੈ? ਬਾਣੀ ਕਹਿੰਦੀ ਹੈ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵੜ ਭਾਗੀ ਪਾਵੇ। ਧਰਮ ਜਿਹੜਾ ਜ਼ਿੰਦਗੀ 'ਚ ਨਹੀਂ ਹੈਗਾ ਤੇ ਫਿਰ ਤੇ ਪਰਮਾਤਮਾ ਕਿੱਥੇ ਹੈਗਾ ਉੱਥੇ? ਸੱਚ ਤੇ ਬਿਲਕੁਲ ਨਹੀਂ ਹੈਗਾ ਉੱਥੇ, ਹੈ ਨਾ। ਧਰਮ ਹੀ ਸੱਚ ਹੈਗਾ। ਹਾਂ, ਸੱਚ ਹੀ ਧਰਮ ਹੈ। ਧਰਮ ਤੇ ਤਰਾਜੂ ਹੈ। ਧੌਲਮ ਤੇ ਧਰਮ ਦਿਆ ਕਾ ਬੂਤ ਸੰਤੋਖ ਥਾਪ ਰੱਖਿਆ ਜਿਨਸੂ। ਤੇ ਇੱਥੇ ਫਿਰ ਅਗਲੇ ਬੰਨੇ ਕਹਿੰਦੇ ਨੇ ਕਿ ਨਿਧਾਨ ਹੈ, ਵਾਹ ਵਾਹ ਗੁਣੀ ਨਿਧਾਨ ਹੈ, ਜਿਸਨੂੰ ਦੇ ਸੋ ਖਾਏ। ਉਹ ਪ੍ਰਮਾਤਮਾ ਆਪਣੀ ਉਹਨੂੰ ਬੰਦਗੀ ਦਿੰਦਾ ਜੀ, ਤੇ ਉਹ ਫਿਰ ਸੱਚ ਨੂੰ ਖਾਂਦਾ, ਸੱਚ ਨੂੰ ਖਾਂਦਾ, ਸੱਚ ਨੂੰ ਪੀਂਦਾ, ਸੱਚ ਨੂੰ ਪਹਿਨਣਾ, ਸੱਚ ਵਿੱਚ ਸੌਣਾ, ਸੱਚ ਵਿੱਚ ਉੱਠਣਾ, ਸੱਚ ਵਿੱਚ ਬੋਲਣਾ। ਸੱਚ ਹੀ ਸੱਚ ਹੈ। ਬਿਲਕੁਲ, ਸੱਚ ਤੋਂ ਇਲਾਵਾ ਕੋਈ ਆਪਸ਼ਨ ਨਹੀਂ ਹੈਗਾ। ਕਿਤੇ ਨਾ ਸੋਚੋ ਕਿ ਸਾਰਾ ਦਿਨ ਜੋ ਮਰਜ਼ੀ ਕੀਤਾ, ਸ਼ਾਮੀ 2 ਸੁਖਮਨੀ ਸਾਹਿਬ ਦੇ ਪਾਠ ਕਰਤੇ, ਜਾਂ ਗੁਰਦੁਆਰੇ ਗੇੜੀ ਮਾਰ ਆਏ, ਜਾਂ ਮੰਦਿਰ 'ਚ ਘੁੰਮ ਆਏ, ਹਫ਼ਤੇ 'ਚ 2-4 ਦਾਨ ਕਰਤੇ। ਨਹੀਂ ਚਾਹੀਦੇ ਪਰਮਾਤਮਾ ਨੂੰ, ਸੱਚ ਚਾਹੀਦਾ ਉੱਥੇ। ਜੇਕਰ ਤੁਹਾਡੇ ਜੀਵਨ 'ਚ ਸੱਚ ਹੀ ਨਹੀਂ ਹੈਗਾ, 2% 5 ਦਾ 20% ਤੇ 98% ਝੂਠ ਆ, ਤੇ ਜਿੱਤੂਗਾ ਕਿਹੜਾ? 98% ਨੇ ਜਿੱਤਣਾ ਵਾ ਨਿਜਰ ਸਾਹਿਬ। ਬਿਲਕੁਲ, 2% ਕਿੱਥੋਂ ਜਿੱਤ ਜੂਗਾ? ਉਹ ਜਿਹੜਾ 2% ਆ, ਆਪਾਂ ਉਹ ਅਸਲ 'ਚ ਆਪਣੇ ਅੰਦਰ ਇੱਕ ਆਵਾਜ਼ ਆਉਂਦੀ ਹੈ, ਉਹਨੂੰ ਚੁੱਪ ਕਰਾਉਣ ਦੇ ਲਈ ਫਿਰ ਬੰਦੇ ਕੀ ਕਰਦੇ? ਜਾ ਕੇ ਉੱਥੇ ਗੁਰਦੁਆਰੇ ਮੱਥਾ ਟੇਕਦੇ ਆ। ਤੇ ਉਹ ਦਿਨ ਮੈਂ ਸਵੇਰੇ ਉੱਥੇ ਗਿਆ ਮਾਮੇ ਦੇ ਮੁੰਡੇ ਨਾਲ, ਉਹਨਾਂ ਨੇ ਉਹ ਮੈਡੀਕਲ ਕਰਾਉਣਾ ਤੇ ਆਸਟ੍ਰੇਲੀਆ ਜਾਣਾ, ਕੱਲ ਸ਼ਾਇਦ ਉਹਨਾਂ ਦੀ ਫਲਾਈਟ ਹੈ। ਤੇ ਉੱਥੇ ਇੱਕ ਸਿਕਿਉਰਿਟੀ ਗਾਰਡ ਹੈ, ਬਾਹਰ ਆ ਜਾਓ, ਬਾਹਰ ਆ ਜਾਓ। ਮੈਂ ਮਤਲਬ ਠੀਕ ਹੈ, ਬਾਹਰ ਆ ਜਾਂਦੇ ਆ, ਬਾਹਰ ਬੈਠੋ, ਬਾਹਰ ਖਲੋ ਜਾਓ। ਫਿਰ ਉਹਨੂੰ ਪਰੇ ਖਿਲਾਰਤਾ। ਮੈਂ ਆਪ ਸੇ ਗੱਪੋ ਗੁੱਪ ਮਾਰਨ ਪਏ। ਫਿਰ ਮੈਂ ਆਖਿਆ ਕਿ ਜ਼ਿੰਦਗੀ ਜਿਹੜੀ ਹੁੰਦੀ ਹੈ ਨਾ, ਉਹ ਜ਼ਿੰਦਗੀ ਪਰਮਾਤਮਾ ਨੂੰ ਤੁਹਾਡੀ ਮਤਲਬ ਕੋਈ ਇਹ ਨਹੀਂ ਚਾਹੀਦਾ ਕਿ ਤੁਸੀਂ ਗੁਰਦੁਆਰੇ ਮੱਥਾ ਟੇਕੋ, ਜਾ ਕੇ ਉੱਥੇ ਪੈਸੇ ਚੜਾ ਕੇ ਆਓ ਜਾਂ ਦਾਨ ਪੁੰਨ ਕਰੋ। He don't need those things. ਪਰਮਾਤਮਾ ਕੀ ਕਹਿੰਦਾ ਹੈ ਕਿ ਚਰਨਜੀਤ, ਜੋ ਡਿਊਟੀ ਮੈਂ ਤੈਨੂੰ ਦਿੱਤੀ ਹੈ, ਤੂੰ ਉਸ ਡਿਊਟੀ ਨੂੰ ਤਨੋਂ ਤੇ ਮਨੋਂ ਤੇ ਧਨੋਂ ਕਰ। ਤੂੰ ਜੋ ਵੀ ਹੈ, ਚਾਹੇ ਤੂੰ ਮਾਂ ਹੈ, ਪਿਓ ਆ, ਧੀ ਹੈ, ਭੈਣ ਭਰਾ ਹੈ, ਜਾਂ ਤੂੰ ਕੋਈ ਜੌਬ ਕਰਦਾ ਹੈ, ਤੇਰੀ ਡਿਊਟੀ ਜਿਹੜੀ ਹੈ ਉਹਨੂੰ ਤੂੰ ਇਮਾਨਦਾਰੀ ਦੇ ਨਾਲ ਕੰਪਲੀਟ ਕਰ। ਇਹੋ ਤੇਰੀ ਭਗਤੀ ਹੈ। ਇੱਕ ਰਾਜਾ ਸੀ, ਰਾਜ ਭਾਗ ਦਾ ਤਿਆਗ ਕੀਤਾ, ਜੰਗਲ 'ਚ ਚੱਲ ਗਿਆ। ਉੱਥੇ ਜਾ ਕੇ ਉੱਥੇ ਉਹ ਸਾਰੇ ਆ ਗਏ, ਉਹ ਸੰਤ ਜੀ। ਉਹ ਕਹਿੰਦੇ ਕਿ ਤੂੰ ਤਾਂ ਬੰਦਾ ਬੜਾ ਝੂਠਾ ਹੈ। ਉਹ ਕਹਿੰਦਾ ਮੈਂ ਝੂਠਾ ਕਹਤਾ, ਮੈਂ ਤੇ ਰਾਜ ਭਾਗ ਛੱਡ ਕੇ ਆ ਗਿਆ। ਫਿਰ ਕਹਿੰਦਾ ਮੈਂ ਆਪਣੇ ਆਪ ਨੂੰ ਮਾਰ ਲਾਂਗਾ ਜਾਂ ਕੁਛ ਕਰ ਦਾਂਗਾ। ਹੋਰ ਹੱਸਣ ਡੇ। ਕਹਿੰਦਾ ਤੂੰ ਅਸੀਂ ਜੋ ਸੋਚਿਆ, ਤੂੰ ਉਹ ਤੋਂ ਵੱਡਾ ਮੂਰਖ ਨਿਕਲਿਆ। ਕਹਿੰਦਾ ਮਤਲਬ ਕਿ ਮੈਂ ਤੇ ਰਾਜ ਭਾਗ ਛੱਡ ਗਿਆ। ਉਹ ਕਹਿੰਦਾ ਤੂੰ ਜਿਹੜੀ ਆਪਣੀ ਡਿਊਟੀ ਛੱਡ ਕੇ ਭੱਜਿਆ, ਤੈਨੂੰ ਤੇ ਰੱਬ ਨੇ ਡਿਊਟੀ ਦਿੱਤੀ ਸੀ ਕਿ ਰਾਜੇ ਦੀ, ਕਿ ਤੂੰ ਕੰਮ ਕਰਨਾ ਸੀ, ਤੂੰ ਇਨਸਾਫ ਕਰ ਔਰ ਪ੍ਰਜਾ ਦਾ ਧਿਆਨ ਰੱਖ, ਤੇ ਉਹ ਤੇਰੀ ਡਿਊਟੀ ਹੈ, ਤੇਰਾ ਧਰਮ ਹੀ ਉਹ ਆ। ਇਹੋ ਬਾਣੀ ਸਾਨੂੰ ਸਿਖਾਉਂਦੀ ਹੈ। ਜੋ ਸਾਡੀ ਡਿਊਟੀ ਆ, ਪਲੀਜ਼ ਉਹਨੂੰ ਕੰਪਲੀਟ ਕਰੋ। ਤੁਸੀਂ ਉੱਥੋਂ ਭੱਜ ਨਹੀਂ ਸਕਦੇ। ਜਿੱਥੇ ਤੁਸੀਂ ਭੱਜ ਗਏ ਉੱਥੇ ਚੀਜ਼ ਰੁਕ ਗਈ। ਉਹ ਚੀਜ਼ ਤੇ ਹਿੱਲਣੀ ਨਹੀਂ। ਜੇ ਤੁਹਾਡੇ ਜਿੱਦਾਂ ਘਰ ਦੇ ਵਿੱਚ ਸਮਾਨ ਪਿਆ ਨਾ, ਹਿਲਾਓਗੇ ਤੇ ਹਿੱਲੂਗਾ, ਨਹੀਂ ਹਿਲਾਓਗੇ ਤਾਂ ਉੱਥੇ ਪਿਆ ਰਹੇਗਾ। ਨਿਜਰ ਸਾਹਿਬ, ਬਿਲਕੁਲ। ਹਾਂ, ਇਸ ਕਰਕੇ ਤੁਹਾਨੂੰ ਕਰਮ ਕਰਨਾ ਪੈਣਾ। ਵੀ ਕਰਮ, ਜੋ ਤੁਹਾਡੀ ਡਿਊਟੀ ਮੰਗ ਰਹੀ ਹੈ ਉਹ ਕਰੋ ਜੀ। ਫਿਰ ਅਗਲੇ ਬੰਨੇ ਗੱਲ ਕਰ ਰਹੇ ਨੇ ਕਿ ਵਾਹ ਵਾਹ ਗੁਰ ਸਿੱਖ ਨਿਤ ਸਭ ਕਰੇ, ਕਰੋ ਗੁਰ ਪੂਰੇ, ਗੁਰ ਪੂਰੇ ਵਾਹ ਵਾਹ ਭਾਵ ਹੈ। ਪਰਮਾਤਮਾ ਨੂੰ ਭਗਤੀ ਪਸੰਦ ਹੈ ਜੀ, ਕਹਿੰਦੇ ਹਰ ਦਿਨ ਕਰੋ ਜੀ। ਹਾਂ, ਗੁਰੂ ਨੂੰ ਵੀ ਪਸੰਦ ਹੈ, ਪਰਮਾਤਮਾ ਨੂੰ ਵੀ ਪਸੰਦ ਹੈ। ਗੁਰੂ ਨੂੰ ਪਸੰਦ ਹੈ। ਗੁਰੂ ਤੇ ਕਹਿੰਦੇ ਆ ਕਿ ਬਦਲ ਤੈਨੂੰ ਸਕੂਲੇ ਹਰ ਦਿਨ ਜਾਣਾ ਚਾਹੀਦਾ ਹੈ। ਐ ਥੋੜੀ ਕਿ 2 ਦਿਨ ਸਕੂਲੇ ਜਾ ਕੇ ਤੇ 5 ਮਹੀਨੇ ਜਾਵੀਂ ਨਾ। ਬਿਲਕੁਲ ਸਹੀ ਗੱਲ ਕਹੀ ਹੈ, ਬਿਲਕੁਲ ਸਹੀ ਗੱਲ ਕਹੀ। ਕਹਿੰਦੇ ਵਿਦਿਆਰਥੀ ਬਣ ਜਾ, ਵੀ ਹਰ ਦਿਨ ਪੜ੍ਹਾਈ ਕਰ, ਤੇ ਜਿੱਥੇ ਤੈਨੂੰ ਕਮੀ ਪੇਸ਼ੀ ਨਜ਼ਰ ਕਰਦੀ ਆ, ਨਜ਼ਰ ਆਉਂਦੀ, ਉਹਨੂੰ ਆਇਡੈਂਟੀਫਾਈ ਕਰ, ਫਿਰ ਉਹਨੂੰ ਰਾਈਟ ਡਾਊਨ ਕਰ, ਤੇ ਫਿਰ ਉਹਨੂੰ ਡਿਸਕਨੈਕਟ ਕਰ ਦੇ। ਉੱਥੇ ਨਾ ਕਰ, ਦੁਬਾਰਾ ਗਲਤੀ ਹੈ ਨਾ। ਰਬੜ ਤੇ ਪੈਨਸਲ ਦਾ ਸੰਬੰਧ ਪਤਾ ਹੀ ਹੈ ਨਾ। ਪਹਿਲੀ ਗੱਲ ਤੇ ਸਹੀ ਤਰ੍ਹਾਂ ਲਿਖ, ਪਰ ਜੇ ਤੇਰੇ ਕੋਲ ਗਲਤ ਵੀ ਲਿਖਿਆ ਗਿਆ, ਫਿਰ ਰੇਜ਼ਰ ਹੈਗਾ, ਉਹਨੂੰ ਮਿਟਾ ਦੇ। ਮਗਰ
हैगी है ना मगले पेंसिल ते मगर लगी होंगी, ਉਹਦਾ इस्तेमाल कर पई, इस्तेमाल करके मिटा दे, फिर दोबारा ना लिखी। ये जीवन है। जीवन का मतलब ही है हर दिन तुसीं सवेरे उठ पैंदे जो अपने जीवन ਵੱਲ ਵੇਖੋ, ਜਿਹੜੀ गलती कल हुई अज ना करो प्लीज। ਇਹੋ ही जीवन है, क्योंकि गलती अपने आप ते हो नहीं सकती। मैं उत्थे जिम्मेवार है। हुण मैनू कल मैनू फड़ लिया पुलिस वालियां ने, लाइट थोड़ी जी ही स्टार्ट हुई, मैं लंघा लिया मोटरसाइकिल स्कूटरी, फिर मैनू कहंदे गलबात चली, चलो ठीक है कागज दिखाओ जी। मैं लो कागज वेख ले, कहंदे चलान कटना पैना है। मैं कागज ते पूरे ते बाकी कहंदे तुसीं लाइट थोड़ी जी क्रॉस कर गए। चलो ठीक है जी, मैं तो कहा येलो हो गई सी थोड़ी जी, पर ये मेरी आत्मा कहती सी कि नहीं उथे रेड हो गई सी, तू झूठ मारेगा। वो कहते जाओ कोई गल नहीं भाजी कोई। मैं फिर उन्होंने कहा, मैं सर मेरी गलती सी, मैं रेड क्रॉस की। कहते कोई गल जाओ तुम। मैनू क्या उन्होंने जाओ, मैं मिस्टेक सी मेरी। कहते कोई गल। सो की असल झूठ ते मैं बोल सकता सी, पर मैं अपने आप झूठ कित्थों बोलदा। पंगा पैना ना थे, गल ते लैट दी ते गल ही नहीं हुई, गल ते मेरी है। तो जिंदगी इतना दी, जिंदगी की इम्तिहान है। हुण मैं लैट नहीं क्रॉस की, अज मैं 3-4 वो लैट भी गंदी जी, उत्थे कोई बंदा ना परवाह जी नहीं करता, पर गल किसी दी परवाह करन दी नहीं है, गल कि मैं की कर रहा। पंगा ते उत्थे मेरा सवाल है, उत्थे मेरा ही सवाल हो। कोई लंघ गया, कोई ने नहीं क्रॉस की, हेलमेट नहीं पाई, जां जो ही डोंट फॉलो, अदर पीपल नॉट फॉलोइंग, पर ਇਹਦਾ मतलब थोड़ी कि लोग नहीं करते ते मैं भी उन्हां दे पिछे लग जा। ये किथों दी मेरी अकलमंदी वाली गल। ठीक है ना जी साहब? बिल्कुल सही है जी, बिल्कुल। मैनू नहीं लोड़ छुपाउण दी, मैं तुहाडे सामने ऐसी मैं अपनी गलती छुपावां ते इट्स वेरी बैड, आई कांट हाइड। ਇਹੋ जिंदगी है, जिथे तुहाडे कोल गलती होगी प्लीज ਉਹਨੂੰ फिक्स करो। तुसीं कर सकदे जो, होर ते कोई भी नहीं कर सकदा। ਉਹ मेरा चलान भी नहीं कटिया ਉਹਨੇ। आप जस्ट सोचो, जे मैं सच बोलता तो वह भी अगला झुक गया वा, वो कहता जाओ भाजी जाओ कोई गल। वैसे चलान पूरे करने, कहता 7.5 होर चाहिए सी, पर तुहानू मैं छड्डता। क्यों छड्डता? उन्हें कुछ कहा भी नहीं, कहता मैनू तुसीं चंगे भले बंदे लगे। मैंने रिक्वेस्ट भी नहीं की थी कि मैनू छड्ड दे जां माफ कर दे, मैं अगे तो नहीं करता। कहता नहीं भाई जाओ, पता नहीं की मन च आया। सो इदां दीयां गल्लां बातां जिंदगी च। ठीक है जी। फिर देखो तुसीं अपने जीवन नूं देखो, इस करके उसे तरह ही चलो जिस तरह तुहानू प्रकृति चंगे तरीके नाल चलाउणा चाहुंदी है। फिर कहंदे नित करनी है जी भगती, बाणी कहता जी। फिर की होगा? फिर कहंदे कि नानक वावा जो मन चित करे तिस जम कंकर नेड़े ना आवे। मन का मतलब चित, मन नूं इकागर करके जो बंदगी करदा है, भगती करेगा, वो बंदा काल तो अगे लंघ जाता, ਉਹਨੂੰ जम नहीं फड़ सकता। ठीक है ना जैसा? बिल्कुल ठीक है जी, आगे बोलिए प्लीज। पौड़ी हर जियो सच्चा सच है, सच्ची गुरबाणी। देखो भाई, वो मालक परमात्मा जिहड़ा हैगा निरोल सच हैगा परमात्मा। ते जे परमात्मा ਨੂੰ ਆਪਾਂ ਚਾਹੁੰਦੇ ਆ ਵੀ ਮਾਲਕ ਪਰਮਾਤਮਾ ਵਰਗ ਆਪਣੇ ਅੰਦਰ ਪ੍ਰਗਟ ਹੋ ਜਾਏ, ਤੇ ਆਪਾਂ ਨੂੰ ਸੱਚਾ ਬਣਨਾ ਪਊਗਾ। ਤੇ ਉਹਦੇ ਵਾਸਤੇ ਜਿਹੜੀ ਹੈਗੀ, ਸੱਚਾ ਬਣਨ ਦੇ ਵਾਸਤੇ ਜਿਹੜੀ ਚੀਜ਼ ਦੇ ਨਾਲ ਸੱਚਾ ਆਪਾਂ ਬਣ ਸਕਦੇ ਆ, ਉਹ ਹੈਗੀ ਗੁਰਬਾਣੀ। ਗੁਰਬਾਣੀ ਕੀ ਆ? ਗੁਰਬਾਣੀ ਜਿਹੜੀ ਹੈਗੀ ਆ, ਇਹ ਹੈਗੀ ਸੱਚ ਨੂੰ ਧਾਰਨ ਕਰਨ ਦੀ ਵਿਧੀ, ਸੱਚਾ ਬਣਨ ਦਾ ਰਸਤਾ, ਬੰਦਗੀ। ਸੱਚੀ ਗੁਰਬਾਣੀ, ਗੁਰਬਾਣੀ ਦੇ ਨਾਲ ਨਿੱਤ ਜਿਹੜੀ ਮਹਾਰਾਜ ਕਹ ਰਹੇ, ਨਿੱਤ ਜਿਹੜੇ ਹੈਗੇ ਭਗਤੀ ਨਿੱਤ ਕਰਨੀ ਆ, ਆ ਹੈਗੀ ਗੁਰਬਾਣੀ। ਹਰ ਜਿਉ ਸੱਚਾ ਸੱਚ ਹੈ, ਸੱਚੀ ਗੁਰਬਾਣੀ। ਸਤਿਗੁਰ ਤੇ ਸੱਚ ਪਛਾਣੀਐ, ਸੱਚ ਸੱਚੇ ਸਹਿਜੇ ਸਮਾਣੀ। ਕਹਿੰਦੇ ਇਹ ਗੁਰਬਾਣੀ ਜਿਹੜੀ ਹੈਗੀ ਭਾਈ, ਇਹ ਭਗਤੀ ਜਿਹੜੀ ਹੈਗੀ ਆ, ਇਹ ਸਤਿਗੁਰੂ ਤੋਂ
ਇਹ ਸੱਚ ਜਿਹੜਾ ਹੈਗਾ ਇਹਨੂੰ ਬੁੱਝ ਲਈਏ, ਪਛਾਣ ਲਈਏ, ਇਹੀ ਜੀਵਨ ਦਾ ਮਨੋਰਥ ਹੈਗਾ। ਔਰ ਇਹਦੇ ਨਾਲ ਫਿਰ ਜਿਹੜਾ ਹੈਗਾ ਸੱਚੇ ਦੀ ਸਿਆਰੀ ਹੈ ਚੱਚੇ ਨੂੰ ਬਈ ਇਹ ਗੁਰਬਾਣੀ ਦੇ ਨਾਲ, ਗੁਰਬਾਣੀ ਦਾ ਮਤਲਬ ਹੈਗਾ ਇਹ ਭਗਤੀ, ਇਹ ਗੁਰੂ ਦੀ ਮੱਤ ਲੈ ਕੇ ਔਰ ਇਸ ਗੁਰੂ ਦੀ ਮੱਤ ਜੋ ਕਹਿ ਰਹੀ ਹੈ ਉਹ ਕਾਰਵਾਈ ਕਰਨ ਦੇ ਨਾਲ, ਇਹਨੂੰ ਕਹਿੰਦੇ ਗੁਰਬਾਣੀ। ਸਤਿਗੁਰ ਦੇ ਸੱਚ ਪਛਾਣੀਏ, ਇਹ ਪਛਾਣਨਾ ਹੈ ਆਪਾਂ ਨੇ। ਸੱਚੇ ਸਹਿਜੇ ਸਮਾਨ, ਇਸ ਸੱਚ ਦੇ ਨਾਲ ਹੀ ਸਹਿਜ ਅਵਸਥਾ ਦੇ ਵਿੱਚ ਸਮਾਵਾਂਗੇ। ਅਨਦਿਨ ਜਾਗੇ ਨਾ ਸਵੇਂ, ਜਾਗਤ ਰਹਿਣ ਵਿਹਾਣੀ। ਫਿਰ ਕਹਿੰਦੇ ਆ ਵੀ ਹਰ ਜਿਹੜਾ ਹੈਗਾ ਇਹ ਵਾਹ ਗੁਰਸਿੱਖ ਨਿਤ ਕਰੇ। ਫਿਰ ਕਹਿੰਦੇ ਅਨਦਿਨ ਜਾਗੇ, ਸੇਮ ਗੱਲ ਕਰ ਰਹੇ ਬਈ ਕਦੀ ਵੀ ਅਵੇਸਲਾ ਨਾ ਹੋਣ, ਮਾਇਆ ਦੀ ਨੀਂਦ 'ਚ ਨਾ ਸੌਣ। ਜਾਗਣਾ ਕੀ ਹੈ ਬਈ ਅਨਦਿਨ ਭਗਤੀ ਕਰਨੀ ਹੈ। ਅਨਦਿਨ ਜਾਗੇ ਨਾ ਸਮੇਂ, ਜਾਗਤ ਰਹਿਣ ਵਿਹਾਣੀ। ਕਹਿੰਦੇ ਉਮਰ ਜਿਹੜੀ ਹੈਗੀ ਇਸੇ ਤਰੀਕੇ ਦੇ ਨਾਲ ਭਗਤੀ ਦੇ ਵਿੱਚ ਹੀ ਗੁਜ਼ਰ ਜਾਏ। ਗੁਰਮਤੀ ਹਰ ਰਸ ਚਾਖਿਆ, ਸੇ ਪੁੰਨ ਪ੍ਰਾਣੀ। ਕਹਿੰਦੇ ਆ ਗੁਰੂ ਦੀ ਮੱਤ ਲੈ ਕੇ, ਗੁਰੂ ਜੋ ਕਹਿ ਰਹੇ, ਬ੍ਰਹਮ ਗਿਆਨੀ ਜੋ ਕਹਿ ਰਹੇ ਆ, ਇਹ ਭਗਤੀ ਕਰਕੇ ਜਿਹੜਾ ਹੈਗਾ ਅੰਮ੍ਰਿਤ ਰਸ ਚੱਖ ਲਿਆ। ਕਹਿੰਦੇ ਉਹ ਪੁੰਨਾਂ ਵਾਲੇ ਆ ਭਾਈ, ਬੜੇ ਪੁੰਨ ਕੀਤੇ ਆ ਉਹਨਾਂ ਨੇ, ਜਿਨ੍ਹਾਂ ਨੇ ਜਾਗਦੇ ਹੋਏ ਆਪਣੀ ਉਮਰ ਜਿਹੜੀ ਭਗਤੀ ਦੇ ਵਿੱਚ, ਬੰਦਗੀ ਦੇ ਵਿੱਚ ਗੁਜ਼ਾਰ ਦਿੱਤੀ। ਕਹਿੰਦੇ ਉਹ ਜਿਨ੍ਹਾਂ ਨੇ ਅੰਮ੍ਰਿਤ ਰਸ ਚੱਖ ਲਿਆ, ਜਿਹੜੇ ਅਮਰ ਹੋ ਗਏ, ਕਹਿੰਦੇ ਉਹ ਪੁੰਨ ਪ੍ਰਾਣੀ ਹੈਗੇ। ਬਿਨ ਗੁਰ ਕਿਨੇ ਨਾ ਪਾਇਓ, ਪਚ ਮੂਏ ਅਜਾਣੀ। ਕਹਿੰਦੇ ਇਹ ਅਵਸਥਾ ਉਹ ਮਾਲਕ ਪਰਮਾਤਮਾ ਸੱਚ ਜਿਹੜਾ ਹੈਗਾ, ਇਹ ਸੱਚ ਦੀ ਪ੍ਰਾਪਤੀ, ਸੱਚਾ ਜੀਵਨ ਜਿਹੜਾ ਹੈਗਾ ਕਿਸੇ ਨੇ ਵੀ ਨਹੀਂ ਪ੍ਰਾਪਤ ਕੀਤਾ। ਕਿਸੇ ਨੇ ਵੀ ਜਿਹੜਾ ਹੈਗਾ ਇਹ ਮੈਲ ਜਿਹੜੀ ਹੈ, ਕੱਚ ਜਿਹੜਾ ਹੈਗਾ, ਇਹ ਸਵਾਦ ਜਿਹੜੇ ਹੈ, ਪਦਾਰਥ ਜਿਹੜੇ ਹੈਗੇ, ਇਹਨਾਂ ਨੂੰ ਬਗੈਰ ਗੁਰੂ ਤੋਂ, ਬਗੈਰ ਬ੍ਰਹਮ ਗਿਆਨੀਆਂ ਤੋਂ, ਬਗੈਰ ਜਿਹੜੇ ਹੈਗੇ ਸੱਚ ਨੂੰ ਧਾਰਨ ਕੀਤੇ ਤੋਂ, ਬਗੈਰ ਬੰਦਗੀ ਤੋਂ ਕਿਸੇ ਨੇ ਵੀ ਨਹੀਂ ਇਸ ਸੱਚ ਨੂੰ ਪ੍ਰਾਪਤ ਕੀਤਾ। ਔਰ ਪਚ ਕੇ ਜਿਹੜੇ ਹੈਗੇ ਅਜਾਣ ਜਿਹੜੇ ਹੈਗੇ ਆ, ਅਗਿਆਨੀ ਜਿਹੜੇ ਹੈਗੇ ਆ, ਉਹ ਆਪਣਾ ਮਨੁੱਖੀ ਜੂਨ ਗਵਾ ਗਏ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸੰਗਤ ਜੀ। ਉੱਪਰ ਦੇਖੋ ਕਹਿੰਦੇ ਕਿ ਪ੍ਰਮਾਤਮਾ ਦਾ ਨਾਮ ਸੱਚਾ ਵਾ, ਉਹ ਸੱਚਾ ਹੈ। ਹਰ ਜੀਵ ਸੱਚਾ ਸੱਚ ਹੈ, ਉਹ ਸੱਚ ਹੀ ਹੈ, ਸੱਚੀ ਗੁਰਬਾਣੀ। ਹੁਣ ਜਿਹੜੇ ਗੁਰਬਾਣੀ ਦਾ ਮਤਲਬ ਹੁੰਦੇ ਕਿ ਜਿਨ੍ਹਾਂ ਦੀ ਬਾਣੀ ਆਪਾਂ ਪੜ੍ਹ ਰਹੇ ਹਾਂ, ਇਹਨਾਂ ਦੀ ਬਾਣੀ ਵੀ ਸੱਚੀ ਹੈ, ਕਿਉਂਕਿ ਇਹ ਸੱਚ ਦੇ ਵਿੱਚ ਅਭੇਦ ਹੋ ਗਿਆ। ਫਿਰ ਜੋ ਉਹਨਾਂ ਨੇ ਜਾਣਿਆ, ਜੋ ਉਹਨਾਂ ਨੇ ਲੱਭਿਆ, ਉਹ ਫਿਰ ਸਾਡੇ ਨਾਲ ਸਾਂਝਾ ਕਰ ਗਏ। ਸਾਨੂੰ ਇਹ ਸੋਚ ਕੇ ਬਾਣੀ ਪੜ੍ਹਨੀ ਚਾਹੀਦੀ ਹੈ, ਇਹ ਬਾਣੀ ਸੱਚੀ ਹੈ। ਜੇਕਰ ਅਸੀਂ ਇਹਦੇ ਕਹੇ ਅਨੁਸਾਰ ਚੱਲਦੇ ਹਾਂ ਤੇ ਸਾਡੇ ਜੀਵਨ 'ਚ ਉਚਾਈ ਆਵੇਗੀ, ਸਭ ਕੁਛ ਹੋ ਜਾਏਗਾ। ਫਿਰ ਅਗਲੇ ਬੰਨੇ ਕਹਿੰਦੇ ਸਤਿਗੁਰ ਤੇ ਸੱਚ ਪਛਾਣੀਏ, ਸੱਚ ਸਹਿਜ ਸਮਾਣੀ। ਹੁਣ ਦੇਖੋ ਸਭ ਤੋਂ ਪਹਿਲਾਂ ਤੇ ਉਹ ਕਹਿੰਦੇ ਨੇ ਕਿ ਤੁਸੀਂ ਪਹਿਲਾਂ ਸੱਚ ਨੂੰ ਪਛਾਣੋ। ਪਛਾਣੀਏ ਮਤਲਬ ਹੁਣ ਕੋਈ ਚੀਜ਼ਾਂ ਹੁੰਦੀਆਂ ਨੇ, ਔਰ ਜਦੋਂ ਪਛਾਣ ਤੇ ਕਰਦੇ ਜੋ ਨਾ ਕਿ ਕਿਹੜੀ ਚੀਜ਼ ਸਹੀ ਹੈ ਤੇ ਕਿਹੜੀ ਚੀਜ਼ ਗਲਤ ਹੈ, ਉਹ ਤੁਹਾਨੂੰ ਦੱਸਣਗੇ ਕਿ ਪਛਾਣ ਕਰਾਉਣਗੇ ਕਿ ਬਈ ਏਦਾਂ ਰੱਬ ਨੂੰ ਲੱਭਣਾ ਹੈ, ਇਹ ਰੱਬ ਦਾ ਰੂਪ ਆ, ਰੂਪ ਨਹੀਂ ਹੈ, ਰੰਗ ਨਹੀਂ ਹੈ, ਰੇਖ ਨਹੀਂ ਹੈ, ਇਹ ਉਹ ਰੱਬ ਨਹੀਂ ਆ ਜਿਹੜਾ ਤੈਨੂੰ ਕਿਹਨੇ ਦੱਸ ਦਿੱਤਾ ਹੈ, ਫੋਟੋਆਂ ਐਰਾ ਵਗੈਰਾ ਜਿਹੜੇ ਤੈਨੂੰ ਜੜ ਦੇ ਨਾਲ ਜੋੜਦੇ, ਉਹ ਰੱਬ ਨਹੀਂ ਆ। ਉਹ ਤੁਹਾਨੂੰ ਦੱਸਣਗੇ ਕਿ ਰੱਬ ਕੀ ਆ, ਰੂਪ ਨਹੀਂ ਆ, ਰੰਗ ਨਹੀਂ ਆ, ਰੇਖ ਨਹੀਂ ਆ, ਤਿੰਨਾਂ ਤੋਂ ਅੱਗੇ ਆ, ਤੁਸੀਂ ਉਹਨੂੰ ਲੱਭਣਾ। ਫਿਰ ਉਹਨਾਂ ਦੀ ਪਹਿਲਾਂ ਇਹ ਗੱਲ ਸੁਣਨੀ, ਫਿਰ ਵਿਚਾਰ ਕਰਨੀ ਕਿ ਇਹ ਤੇ ਬਿਲਕੁਲ ਹੀ ਜੋ ਮੈਂ ਕਰ ਰਿਹਾ ਉਹਦੇ ਉਲਟ ਬੋਲ ਰਹੇ ਨੇ। ਤੇ ਫਿਰ ਜਦੋਂ ਉਹਨਾਂ ਨੂੰ ਫੋਲੋ ਕਰੋਗੇ ਫਿਰ ਕਹਿੰਦੇ ਆ ਸਹਿਜੇ ਸੱਚ ਸਮਾਣੀ, ਤੁਸੀਂ ਸੱਚ ਸਮਾ ਜਾਓਗੇ, ਤੁਹਾਡਾ ਮਨ ਟਿਕ ਜਾਏਗਾ, ਨਿਰਵਿਚਾਰ ਹੋ ਜਾਓਗੇ, ਜੀਵਨ 'ਚ ਉਚਾਈ ਆ ਜਾਣੀ ਹੈ। ਨਿਰਵਿਚਾਰ ਹੋਣ ਦੇ ਨਾਲ ਹੀ ਤੁਰੀ ਅਵਸਥਾ ਦਾ ਪ੍ਰਭਾਵ ਤੁਹਾਡੇ ਜੀਵਨ 'ਚ ਪੈ ਜਾਣਾ। ਦੋ ਗੱਲਾਂ ਨਹੀਂ ਹੈ। ਤੁਸੀਂ ਨਿਰਵਿਚਾਰ ਹੋ ਗਏ, ਤੁਰੀ ਅਵਸਥਾ ਨੂੰ ਅਨੁਭਵ ਕਰ ਲਿਆ, ਬਸ ਕੰਮ ਸ਼ੁਰੂ, ਮਨ ਨਿਰਮਲ ਹੋਣਾ ਸ਼ੁਰੂ ਹੋ ਜਾਏਗਾ। The job is already started। ਫਿਰ ਉਹ ਕਹਿੰਦੇ ਅਨਦਿਨ ਕਰੀ ਜਾਓ, ਹਰ ਦਿਨ ਫਿਰ ਤੁਰੇ ਜਾਓ। ਜਿੰਨਾ ਤੁਸੀਂ ਨਿਰਵਿਚਾਰ ਹੁੰਦੇ ਗਏ ਮਲੀਨਤਾ ਘਟਦੀ ਜਾਣੀ, ਪਵਿੱਤਰਤਾ ਆਉਂਦੀ ਜਾਣੀ। ਹਉਮੈ ਤੇ ਲੱਭਣੀ ਵੀ ਨਹੀਂ। ਕਿਹੜੀ ਹਉਮੈ? ਤੁਸੀਂ ਨਹੀਂ ਰਹਿ ਜਾਣਾ। ਜਦੋਂ ਸਮੁੰਦਰ ਵਿੱਚ ਨਦੀ ਚੱਲ ਜਾਂਦੀ ਆ, ਨਦੀ ਨੂੰ ਕੌਣ ਯਾਦ ਕਰਦਾ? ਫਿਰ ਉਹ ਸਮੁੰਦਰ ਹੋ ਗਈ ਆ। ਇਸੇ ਤਰ੍ਹਾਂ ਜਿਹੜਾ ਵੀ ਪ੍ਰਮਾਤਮਾ ਦੀ ਭਗਤੀ ਕਰਦਾ ਹੈ, ਉਹ ਛੋਟਾ ਜਿਹਾ ਰੱਬ ਹੀ ਹੋ ਜਾਂਦਾ ਹੈ, ਉਹ ਰੱਬ ਹੀ ਰਹਿ ਜਾਂਦਾ ਹੈ ਉਹਦੇ ਅੰਦਰ। ਝੂਠ ਤੇ ਹੈ ਹੀ ਨਹੀਂ ਉਹਦੇ ਅੰਦਰ।
ਉਹਨੂੰ ਲੋੜ ਹੀ ਨਹੀਂ ਝੂਠ ਮਾਰਨ ਦੀ, ਕਿਉਂ ਬੋਲੇਗਾ ਝੂਠ? ਐਡੀ ਮਹਿੰਗੀ ਚੀਜ਼ ਉਹਨੇ ਪ੍ਰਾਪਤ ਕਰ ਲਈ ਹੈ, ਜਿੱਥੇ ਸੱਚ ਬੋਲ ਕੇ ਉਹਨੂੰ ਆਨੰਦ ਆਉਂਦਿਆ, ਉਹਨੂੰ ਕੀ ਲੋੜ ਪਈ ਝੂਠ ਬੋਲ ਕੇ ਐਵੇਂ ਜੱਬ ਪਾਉਣ ਦੀ? ਕੁਛ ਵੀ ਹੋ ਜਾਏ ਉਹਨੇ ਸੱਚ ਹੀ ਬੋਲਣਾ ਹੈ। ਠੀਕ ਹੈ ਜੀ, ਬਿਲਕੁਲ। ਫਿਰ ਅਗਲੇ ਬੰਨੇ ਕਹਿ ਰਹੇ ਨੇ ਅੰਧਨ ਜਾਗੇ ਨਾ ਸਾਵੇਂ ਜਾਗਤ ਰਹਿਣ ਵਿਹਾਣੀ, ਤੇ ਉਹ ਫਿਰ ਉਹ ਮਾਇਆ ਦੇ ਵਿੱਚ ਸੌਂਦਾ ਹੀ ਨਹੀਂ। ਹੁਣ ਇੱਥੇ ਕੋਈ ਜਾਗਦਾ ਨਹੀਂ ਮਿਲਦਾ ਤੇ ਉਹ ਕਹਿੰਦੇ ਸੌਂਦਾ ਨਹੀਂ ਉਹ। ਬਿਲਕੁਲ। ਔਰ ਇਟ ਇਜ਼ ਨਾਟ ਅ ਜੌਬ ਫॉर 5 ਮਿੰਟ 10 ਮਿੰਟ ਬਾਬਾ ਜੀ ਕਹਿਤਾ ਵਾਹਿਗੁਰੂ ਵਾਹਿਗੁਰੂ ਤੇ ਮੁੜ ਕੇ ਸਾਰਾ ਦਿਨ ਜੋ ਮਰਜ਼ੀ ਕੀਤਾ। ਇਟ ਇਜ਼ ਅ ਕੰਪਲੀਟ ਜੌਬ। ਲਾਈਫ ਪੂਰੀ ਤੁਹਾਡੀ ਉੱਧਰ ਜਾਣੀ ਚਾਹੀਦੀ ਆ, ਫਿਰ ਹੀ ਕੁਛ ਹੋਣਾ। ਠੀਕ ਹੈ ਜੀ। ਫਿਰ ਕਹਿੰਦੇ ਆ ਕਿ ਗੁਰਮਤੀ ਹਰ ਰਸ ਚਾਖਿਆ ਸੇ ਪੁੰਨ ਪ੍ਰਾਣੀ। ਤੇ ਜਿਹੜੇ ਗੁਰਮੁਖਾਂ ਦੀ ਗੱਲਾਂ ਸੁਣਦੇ ਨੇ ਫਿਰ ਬੰਦਗੀ ਕਰ ਲੈਂਦੇ ਨੇ। ਮਾਇਆ ਦੇ ਜਿਹੜਾ ਛਾਲੇ ਆ, ਜਿਹੜੀ ਇਕਾਈ ਆ, ਉਸ ਤੋਂ ਮੁਕਤ ਹੋਣ ਦੇ ਲਈ ਆਪਣੇ ਅੰਦਰ ਵਿਚਾਰ ਕਰਦੇ ਨੇ, ਇਰਾਦਾ ਬਣਾਉਂਦੇ ਨੇ। ਤੇ ਉਹ ਕਿਹੜੇ ਨੇ? ਉਹ ਪੁੰਨੀ ਲੋਕ ਨੇ, ਚੰਗੇ ਲੋਕ। ਸਹੀ ਆ, ਜਿਹੜੇ ਰਸਤੇ ਤੁਰ ਪਏ ਨੇ। ਬਿਲਕੁਲ। ਤੇ ਫਿਰ ਅਗਲੇ ਬੰਨੇ ਫਿਰ ਤੁਕ ਲਾਸਟ ਤੇ ਆ ਗਈ। ਫਿਰ ਕਹਿੰਦੇ ਬਿਨ ਗੁਰ ਕਿੰਨੇ ਨਾ ਪਾਇਓ ਪਚ ਮੂਏ ਅਜਾਣੀ। ਬਸ ਗੁਰੂ ਤੋਂ ਬਗੈਰ। ਉੱਪਰ ਵੀ ਇਹੀ ਗੱਲ ਕਹਿ ਰਹੇ, ਗੁਰਮਤੀ ਹਰ ਰਸ ਚਾਖਿਆ ਸੇ ਪੁੰਨ ਪ੍ਰਾਣੀ। ਗੁਰਮਤੀ ਦਾ ਮਤਲਬ ਵੀ ਗੁਰੂ ਦੀ ਮੱਤ ਤੋਂ ਦੁਆਰਾ, ਗੁਰੂ ਦੇ ਵਿਵੇਕ ਬੁੱਧੀ ਜਿਹੜਾ ਗੁਰੂ ਜੋ ਕਹਿ ਰਿਹਾ, ਬ੍ਰਹਮ ਗਿਆਨ ਜੋ ਕਹਿ ਰਿਹਾ ਹੈ, ਉਹਦੇ ਨਾਲ ਅੰਮ੍ਰਿਤ ਰਸ ਚਾਖਿਆ, ਅਮਰ ਹੋ ਗਏ। ਕਹਿੰਦੇ ਉਹ ਪੁੰਨਾਂ ਵਾਲੇ ਆ। ਤੇ ਬਿਨ ਗੁਰ ਕਿੰਨੇ ਨਾ ਪਾਇਓ ਪਚ ਮੂਏ ਅਜਾਣੀ। ਬਗੈਰ ਗੁਰੂ ਤੋਂ, ਬਗੈਰ ਬ੍ਰਹਮ ਗਿਆਨੀਆਂ ਤੋਂ, ਬਗੈਰ ਗੁਰਮਤ ਤੋਂ, ਬਗੈਰ ਗੁਰੂ ਦੀ ਮੱਤ ਤੋਂ ਜਿਹੜਾ ਕਿਸੇ ਨੇ ਵੀ ਜਿਹੜਾ ਹੈਗਾ ਇਹ ਅਵਸਥਾ ਨਹੀਂ ਪ੍ਰਾਪਤ ਕੀਤੀ ਭਾਈ। ਔਰ ਇਸ ਤੋਂ ਜੇ ਆਪਾਂ ਅਜਾਣ ਹੈਗੇ ਆ, ਨਹੀਂ ਜਾਣਦੇ ਇਸ ਚੀਜ਼ ਨੂੰ, ਗੁਰੂ ਦੀ ਮੱਤ ਹੈ ਨਹੀਂ ਗੀ, ਸੱਚ ਨੂੰ ਆਪਾਂ ਨਹੀਂ ਜਾਣਦੇ ਵੀ ਸੱਚ ਕੀ ਹੈਗਾ, ਤੇ ਭਾਈ ਫਿਰ ਅਜਾਣ ਇਸੇ ਤਰੀਕੇ ਦੇ ਨਾਲ ਆਪਾਂ ਜਿਹੜੇ ਹੈਗੇ ਮਾਇਆ ਦੇ ਵਿੱਚ, ਕੱਚ ਦੇ ਵਿੱਚ ਜਿਹੜਾ ਹੈਗਾ, ਇਹਦੇ ਵਿੱਚ ਹੀ ਜਿਹੜੇ ਹੈਗੇ ਜੀਵਨ ਜਿਹੜਾ ਹੈ ਅਜਾਈਂ ਗੁਜ਼ਾਰ ਕੇ ਜਿਹੜੇ ਹੈਗੇ ਆਪਾਂ ਚਲੇ ਜਾਵਾਂਗੇ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਜੀਵਨ ਦੀ ਸੋਝੀ ਜੋ ਹੈਗੀ ਹੈ ਉਹ ਤੇ ਇਹੋ ਹੀ ਹੈ ਕਿ ਬਈ ਆਪਣਾ ਜੀਵਨ ਜਿਹੜਾ ਹੈ ਤੈਨੂੰ ਅਜਾਈਂ ਬਰਬਾਦ ਨਾ ਕਰੇ। ਜਨਮ ਜੂਏ ਹਾਰਿਆ। ਬਿਲਕੁਲ। ਤੂੰ ਜੂਏ ਚ ਨਾ ਹਾਰ ਜਾ, ਬਹੁਤ ਕੀਮਤੀ ਹੈ। ਤੂੰ ਐਵੇਂ ਆਲੂ ਗੰਡੇ ਨਾ ਖਰੀਦ ਲਈ। ਕੋਈ ਘਰ ਖਰੀਦ ਲੈਂਦਾ ਹੈ, ਕੋਈ ਕੋਠੀ ਖਰੀਦ ਲੈਂਦਾ ਹੈ। ਉਹ ਕਹਿੰਦੇ ਕਿ ਤੂੰ ਆਪਣੀ ਲਾਈਫ ਹੀ ਵੇਸਟ ਕਰ ਰਿਹਾ। ਕਿਉਂ ਖਰੀਦ ਰਹੇ ਆ? ਗੁਰੂ ਤੇ ਜਿਹੜੇ ਬ੍ਰਹਮ ਗਿਆਨੀ ਆ, ਇਹਨਾਂ ਤੇ ਕੋਈ ਪੰਗਾ ਸ਼ੰਗਾ ਲਿਆ ਨਹੀਂ। ਸਾਨੂੰ ਵੀ ਸਮਝਾ ਕੇ ਗਏ ਆ ਕਿ ਜੋ ਕੰਮ ਅਸੀਂ ਕੀਤਾ ਹੈ ਨਾ, ਤੁਸੀਂ ਉਹ ਕਰ ਲਓ। ਬਾਕੀ ਮਾਇਆ ਦਾ ਮੋਹ ਬੜਾ, ਜੋ ਤੁਹਾਨੂੰ ਫੜ ਨਾ ਲਵੇ, ਇਸ ਕਰਕੇ ਬਚ ਜਿਓ। ਠੀਕ ਹੈ ਜੀ। ਉਹ ਕਹਿੰਦੇ ਨੇ ਕਿ ਐਸੇ ਘਰ ਹਮ ਬਹੁਤ ਬਸਾਏ ਜਬ ਹਮ ਗਰਭ ਜੂਨੀ में आए। जब हम मैं इदां दे घर बहुत बसाए। हाँ, राम गर्भ जून में आए। हाँ, जब हम राम गर्भ होया है। हाँ जी। हाँ, मतलब मैं इदां दे घर बहुत बसा चुके हैं। इसे करके भी कहते हैं कि ये जीवन बहुत कीमती है, इनू साफ सुथरा बतीत करो, चंगे तरीके नाल बतीत करो। जे नहीं चंगे नाल बतीत कीता ते हुण भी सुधर जाओ। अज भी टाइम हैगा। जब तक प्राण हैगे तब तक आस हैगी है जी। जो प्राण निकल गए फिर गेम खत्म। एंड द स्टोरी। फिर ते टिंड वांगू जिद्दां टिंड खाली होके गई है, फिर ते भरन वास्ते बहुत तुरियां जा रही। तुसीं भी चल जाओ। अज दे विचार ने जसा भी इत्थे समाप्त। हाँ जी बिल्कुल जी, बहुत वधिया। हाँ जी। एक ओमकार सतनाम करता पुरख निर्भउ निर्वैर अकाल मूरत अजूनी सेवं गुर प्रसाद। ਇਹ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦੇ ਆ, ਵਿਚਾਰ ਕਰਦੇ ਆ, ਬਾਣੀ ਸਰਵਣ ਕਰਦੇ ਆ। ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ ਨੇ, ਤਨ ਬੱਚੇ ਸੁਣ ਕੇ ਮਾਫ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈ ਸੰਗਤ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ। ਜਿਹੜੀ ਵੀ ਸੰਗਤ ਇਸ ਬਾਣੀ ਨੂੰ ਸੁਣੇ ਉਹਦੀ ਹਾਜ਼ਰੀ ਆਪਣੇ ਦਰ ਤੇ ਕਬੂਲ ਕਰਨੀ ਮੇਰੇ ਮਾਲਿਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਪਿਤਾ ਜੀ ਮਾਤਾ ਜੀ ਆਏ ਨੇ ਆਪਰੇਸ਼ਨ ਕਰਾਉਣ ਦੇ ਲਈ। ਆਪ ਇਹਨਾਂ ਨੂੰ ਤੰਦਰੁਸਤੀ ਬਖਸ਼ੋ ਤਾਂ ਜੋ ਇਹ ਦਿਨ ਰੋਗ ਕਰਕੇ ਆਪਣੇ ਵਾਪਸ ਚਲੇ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤਾਂ ਸੰਗਤ ਜੀ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।